ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਸਾਖੀ ਰੂਪ ਵਿੱਚ ਸਰਵਣ ਕਰ ਰਹੇ ਹੋ। ਕੱਲ੍ਹ ਦੀ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੋਦੀਖਾਨੇ ਦੀ ਕਾਰ ਕਰਦੇ ਹੋਏ ਗਰੀਬਾਂ ਨੂੰ ਬੇਅੰਤ ਭੰਡਾਰੇ ਵੰਡ ਰਹੇ ਸਨ। ਔਰ ਜਿਸ ਗੱਲ ਦੀ ਚੁਗਲੀ ਜੈ ਰਾਮ ਜੀ ਦੇ ਕਿਸੇ ਸਾਖ ਸੰਬੰਧੀ ਨੇ ਕੀਤੀ ਕਿ ਜੈ ਰਾਮ ਜੀ ਅਸੀਂ ਤੁਹਾਡੇ ਹਮਾਇਤੀ ਹਾਂ। ਦੇਖੋ ਨਾ ਕਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੌਲਤਾਂ ਵੰਡ ਰਹੇ ਹਨ, ਗਰੀਬਾਂ ਨੂੰ ਧਨ ਪਦਾਰਥ ਲੁਟਾ ਰਹੇ ਨੇ। ਨਵਾਬ ਦੌਲਤ ਖਾਨ ਦਾ ਸੁਭਾਅ ਬੜਾ ਭੈੜਾ ਹੈ, ਸਖਤ ਸੁਭਾਅ ਦਾ ਮਾਲਕ ਹੈ ਔਰ ਕਿੰਨੇ ਮਹੀਨੇ ਤੋਂ ਹਿਸਾਬ ਵੀ ਨਹੀਂ ਕੀਤਾ। ਜੈ ਰਾਮ ਜੀ ਘਰ ਆਉਂਦੇ ਨੇ, ਆ ਕੇ ਬੇਬੇ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਮੇਰੇ ਮਨ ਵਿੱਚ ਇੱਕ ਗੱਲ ਦਾ ਫਿਕਰ ਹੈ ਕਿ ਨਾਨਕ ਜੀ ਨੇ ਕਈ ਮਹੀਨਿਆਂ ਤੋਂ ਨਵਾਬ ਦੌਲਤ ਖਾਨ ਦੇ ਨਾਲ ਹਿਸਾਬ ਕਿਤਾਬ ਨਹੀਂ ਕੀਤਾ ਔਰ ਮੈਨੂੰ ਸਾਰੇ ਲੋਕੀ ਕਹਿੰਦੇ ਨੇ ਕਿ ਜਿਵੇਂ ਇਹ ਅੰਨ ਪਾਣੀ ਦੇ ਭੰਡਾਰ ਵੰਡ ਰਹੇ ਹਨ, ਕਿਸੇ ਕੋਲ ਪੈਸਾ ਹੁੰਦਾ ਨਹੀਂ ਹੁੰਦਾ, ਪਰ ਇਹ ਕਿਸੇ ਨੂੰ ਖਾਲੀ ਨਹੀਂ ਮੋੜਦੇ। ਜ਼ਰੂਰ ਬਹੁਤ ਸਾਰਾ ਧਨ ਦੇਣਾ ਨਿਕਲੇਗਾ। ਤਾਂ ਬੇਬੇ ਨਾਨਕੀ ਜੀ ਬੋਲੀ, ਕਿਉਂਕਿ ਜੈ ਰਾਮ ਜੀ ਦਾ ਨਾਮ ਤਾਂ ਨਹੀਂ ਸੀ ਉਸ ਵੇਲੇ ਲੈਂਦੇ ਆਪਣੇ ਪਤੀ ਦਾ। ਬੇਬੇ ਨਾਨਕੀ ਜੀ ਕਹਿਣ ਲੱਗੀ, ਐ ਜੀ ਤੁਸੀਂ ਮੇਰੇ ਵੀਰ ਦੇ ਉੱਪਰ ਸ਼ੰਕਾ ਨਾ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਾਰੀ ਦੁਨੀਆ ਦੀ ਮਾਇਆ ਦੇ ਮਾਲਕ ਹਨ। ਸਾਰੀ ਕਾਰ ਵਿਹਾਰ ਉਹਨਾਂ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ। ਕੋਈ ਪੈਸਾ ਨਹੀਂ ਘਟੇਗਾ, ਵੱਧ ਹੀ ਨਿਕਲਣਗੇ। ਜੈ ਰਾਮ ਜੀ ਕਹਿਣ ਲੱਗੇ, ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ, ਮੈਨੂੰ ਤੁਹਾਡੇ ਬਚਨਾਂ ਤੇ ਪ੍ਰਤੀਤ ਹੈ। ਫਿਰ ਬੇਬੇ ਨਾਨਕੀ ਜੀ ਬੋਲੀ, ਜਨਮ ਸਾਖੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਐ ਜੀ ਮੈਂ ਤਾਂ ਤੁਹਾਡੇ ਹੁਕਮ ਦੇ ਅਨੁਸਾਰ ਹਾਂ, ਮਤਾ ਤੁਸੀਂ ਕਹੋ ਕਿ ਵੀਰ ਦੀ ਹਮਾਇਤ ਕਰਦੀ ਹੈ, ਆਪਣੇ ਭਰਾ ਦੀ ਹਮਾਇਤ ਕਰਦੀ ਹੈ। ਜੈ ਰਾਮ ਜੀ ਬੋਲਿਆ, ਹੇ ਨਾਨਕੀ ਨਹੀਂ, ਤੇਰੇ ਮਨ ਵਿੱਚ ਬਹੁਤ ਸ਼ਰਧਾ ਵਿਸ਼ਵਾਸ ਹੈ ਨਾਨਕੀ ਜੀ ਪ੍ਰਤੀ, ਪਰ ਫਿਰ ਵੀ ਮੇਰੇ ਮਨ ਨੂੰ ਡਰ ਆਉਂਦਾ ਹੈ। ਤਾਂ ਫਿਰ ਬੇਬੇ ਨਾਨਕੀ ਜੀ ਬੋਲੀ, ਐ ਜੀ ਮੈਂ ਇਸੇ ਵੇਲੇ ਭਰਾ ਨੂੰ ਸਦਵਾਉਂਦੀ ਹਾਂ, ਭਾਵ ਬੁਲਾਉਂਦੀ ਹਾਂ ਤੇ ਹਿਸਾਬ ਕਿਤਾਬ ਕਰ ਲਓ। ਉਸੇ ਵੇਲੇ ਤੁਲਸਾ ਦਾਸੀ ਨੂੰ ਭੇਜਿਆ ਜਾਂਦਾ ਹੈ, ਮਹਾਰਾਜ ਜੀ ਨੂੰ ਬੁਲਾਇਆ ਜਾਂਦਾ। ਇਸ ਤਰ੍ਹਾਂ ਬੜੀ ਪ੍ਰੇਮ ਦੀ ਬੋਲੀ ਜਨਮ ਸਾਖੀ ਦੇ ਵਿੱਚ ਲਿਖੀ ਹੈ। ਸੋ ਫਿਰ ਹਿਸਾਬ ਕਿਤਾਬ ਦੇ ਵਿੱਚ 135 ਰੁਪਏ ਵੱਧ ਨਿਕਲਦੇ ਨੇ। ਸੋ ਉਸ ਤੇ ਮਗਰੋਂ ਨਵਾਬ ਦੌਲਤ ਖਾਨ ਨੇ 1700 ਰੁਪਇਆ ਹੋਰ ਦਿੱਤਾ ਵੀ ਸਮਾਨ ਪਾਓ, ਹੋਰ ਕਾਰ ਵਿਹਾਰ ਵਧਾਓ। ਫਿਰ ਭਾਈ ਬਾਲੇ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਚੱਲ ਭਾਈ। ਤਾਂ ਉਸ ਵੇਲੇ ਭਾਈ ਬਾਲੇ ਜੀ ਨੇ ਬੇਨਤੀ ਕਰਨ ਤੇ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਬਹੁਤ ਮਿੰਨਤਾਂ ਤਰਲਾਂ ਕਰਕੇ ਫਿਰ ਮਹਾਰਾਜ ਜੀ ਨੂੰ ਰੱਖਿਆ। ਫਿਰ ਮੁੜ ਤੋਂ ਮੋਦੀਖਾਨੇ ਦੀ ਕਾਰ ਸੰਭਾਲੀ ਔਰ ਜਦੋਂ ਕਾਰਖਾਨੇ ਦੇ ਉੱਪਰ ਪਹੁੰਚੇ, ਸਾਰੇ ਆਂਢੀ ਗੁਆਂਢੀ ਬੜੇ ਖੁਸ਼ ਹੋਏ। ਇੱਥੋਂ ਤੱਕ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਆਓ ਇਸ ਤੋਂ ਅੱਗੇ ਰਹਿੰਦੀ ਜੋ ਸਾਖੀ ਹੈ ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ। ਕਿਵੇਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਯਾਨੀ ਸਗਾਈ ਕਰਨਗੇ। ਸਗਾਈ ਦਾ ਮਤਲਬ ਜਿਵੇਂ ਆਪਾਂ ਮੰਗਣਾ ਕਹਿ ਦਿੰਦੇ ਹਾਂ ਜਾਂ ਰੋਕਾ ਕਹਿ ਦਿੰਦੇ ਨੇ, ਜਾਂ ਬਹੁਤ ਜੋ
ਖੱਤਰੀ ਪਰਿਵਾਰ ਹੁੰਦੇ ਨੇ, ਉਹ ਕਹਿੰਦੇ ਨੇ ਵੀ ਮਿੱਠਾ ਜਾਂ ਡੱਬਾ ਇੱਧਰੋਂ ਇੱਧਰ ਲੈ ਲਿਆ। ਇਸ ਤਰ੍ਹਾਂ ਉਹਨਾਂ ਦੇ ਹੁੰਦਾ ਵਿਹਾਰ। ਆਪਣੇ ਕਈ ਰੋਕ ਕਹਿ ਦਿੰਦੇ ਨੇ ਸ਼ਗਨ ਪਾ ਕੇ, ਜਾਂ ਮੰਗਣਾ ਕਹਿ ਦਿੰਦੇ ਨੇ। ਸੋ ਇਸ ਤਰ੍ਹਾਂ ਕਰਕੇ ਜਨਮ ਸਾਖੀ ਦੇ ਵਿੱਚ ਆਉਂਦਾ ਵੀ ਸਗਾਈ ਕੀਤੀ ਗਈ। ਹੁਣ ਇੱਥੋਂ ਭਾਈ ਬਾਲਾ ਜੀ ਸਾਖੀ ਸੁਣਾਉਂਦੇ ਨੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਹੀ ਕਾਰ ਰਹੀ। ਭਾਵੇਂ ਮਹਿਤਾ ਕਾਲੂ ਜੀ ਨੇ ਬੜਾ ਸਮਝਾਇਆ ਸੀ ਕਿ ਹੁਣ ਧਨ ਇਕੱਠਾ ਕਰਨਾ, ਸੋਚ ਸਮਝ ਕੇ ਧਨ ਨੂੰ ਵਰਤਣਾ, ਪਰ ਕਹਿਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸੇ ਤਰ੍ਹਾਂ ਗਰੀਬਾਂ ਨੂੰ ਦਾਨ ਪੁੰਨ ਕਰਦੇ, ਵੰਡਦੇ। ਸੁਲਤਾਨਪੁਰ ਦੇ ਵਿੱਚ ਕੋਈ ਗਰੀਬ ਨਾ ਰਹਿਣ ਦਿੱਤਾ, ਭੁੱਖਾ ਨਾ ਰਹਿਣ ਦਿੱਤਾ, ਕੋਈ ਮੰਗਣ ਵਾਲਾ ਨਾ ਰਹਿਣ ਦਿੱਤਾ। ਅੱਗੇ ਆਵੇਗੀ ਸਾਖੀ ਦੇ ਵਿੱਚ, ਅੱਗੇ ਸਾਖੀ ਦੇ ਵਿੱਚ ਆਵੇਗੀ। ਨਾਨਾ ਜੀ ਪੈਸੇ ਵਾਰ ਕੇ ਮੰਗਤਾ ਪੁੱਛਦਾ, ਕੋਈ ਮੰਗਤਾ ਨਹੀਂ ਆਇਆ। ਕਹਿੰਦੇ ਜੀ ਮੰਗਤਾ ਤਾਂ ਹੈ ਹੀ ਨਹੀਂ ਕੋਈ ਉਰੇ। ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨੇ ਦੀ ਕਾਰ ਸੰਭਾਲੀ ਹੈ, ਕੋਈ ਭੁੱਖਾ ਨਹੀਂ ਹੈ, ਕੋਈ ਨੰਗਾ ਨਹੀਂ ਹੈ, ਕੋਈ ਮੰਗਤਾ ਨਹੀਂ ਹੈ ਸੁਲਤਾਨਪੁਰ ਲੋਧੀ ਦੇ ਵਿੱਚ। ਦੇਖੋ ਮਹਾਰਾਜ ਜੀ ਦਇਆ। ਸੋ ਇਸ ਪ੍ਰਕਾਰ ਅੱਗੇ ਪ੍ਰਸੰਗ ਵਿੱਚ ਆਵੇਗਾ। ਹੁਣ ਭਾਈ ਬਾਲਾ ਜੀ ਅਗਲੀ ਸਾਖੀ ਸੁਣਾਉਣ ਲੱਗੇ ਨੇ। ਆਓ ਆਪਾਂ ਪ੍ਰੇਮ ਦੇ ਨਾਲ ਸਰਵਣ ਕਰੀਏ। ਹਾਂਜੀ। ਕੇਤਿਕ ਕਾਲ ਬਤੀਤ ਭਇਓ। ਜਦੋਂ ਬਹੁਤ ਸਮਾਂ ਇਸ ਤਰ੍ਹਾਂ ਹੀ ਬੀਤਿਆ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀਖਾਨੇ ਦੇ ਵਿੱਚ ਕਾਰ ਕਰਦੇ ਹਨ, ਉਸੇ ਤਰ੍ਹਾਂ ਗਰੀਬਾਂ ਨੂੰ ਪੁੰਨ ਦਾਨ ਕਰਦੇ ਨੇ। ਪਲ ਰੀਤ ਸੋ ਮੋਦੀ ਕੀ ਕਾਰ ਚਲਾਈ। ਉਸੇ ਪ੍ਰਕਾਰ ਬਹੁਤ ਭਲੀ ਰੀਤ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਲਾਈ ਹੈ। ਤੋਲਤ ਲੈ ਤਕਰੀ ਕਰ ਮੈਂ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੱਥ ਵਿੱਚ ਤੱਕੜੀ ਹੁੰਦੀ ਹੈ, ਔਰ ਕੋਈ ਮਿਣਤੀ ਗਿਣਤੀ ਦੇ ਉੱਤੇ ਬੱਟੇ ਨਹੀਂ ਸਨ। ਹੁਣ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਜਾਨੀ ਕਿ ਪੱਥਰ ਪਏ ਨੇ, ਉਹ ਪੱਥਰ ਸਨ ਅੰਦਾਜ਼ੇ ਜੇ ਨਾਲ ਰੱਖੇ ਹੋਏ, ਉਹ ਪਾ ਕੇ ਮਹਾਰਾਜ ਜੀ ਤੋਲ ਤੋਲ ਵਸਤੂਆਂ ਦੇਈ ਜਾਂਦੇ ਹਨ। ਹਰ ਖਾਏ ਕੈ ਲੇਤ ਹੈ ਦੇਤ ਸਵਾਈ। ਤਾਂ ਇਸ ਪ੍ਰਕਾਰ ਜੋ ਵੀ ਲੈਣ ਵਾਸਤੇ ਆਉਂਦਾ ਹੈ ਨਾ ਵਸਤੂ, ਕਿਲੋ ਮੰਗਦੇ ਨੇ, ਉਹਨੂੰ 1.25 ਕਿਲੋ ਮਹਾਰਾਜ ਜੀ ਤੋਲ ਕੇ ਦਿੰਦੇ ਨੇ। ਇਸ ਪ੍ਰਕਾਰ ਸਾਰੇ ਗਾਹਕ ਜਿਹਨੇ ਆਉਂਦੇ ਨੇ ਬੜੇ ਖੁਸ਼ ਹੋ ਕੇ ਜਾਂਦੇ ਹਨ। ਜਾਚਕ ਆਵਤ ਕੀਰਤ ਕੋ ਸੁਨ। ਹੁਣ ਜਿੰਨੇ ਵੀ ਜਾਚਕ ਹਨ, ਮੰਗਤੇ ਹਨ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੀਰਤੀ ਸੁਣ ਸੁਣ ਕੇ ਦੂਰ ਦਰਾਡੇ ਤੋਂ ਚੱਲ ਕੇ ਆਉਂਦੇ ਹਨ। ਜੋ ਮਨ ਭਾਵਤ ਪਾਵਤ ਸਾਈ। ਔਰ ਜੋ ਵੀ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਹੈ ਵੀ ਸਾਨੂੰ ਇਹ ਵਸਤੂ ਚਾਹੀਦੀ ਹੈ, ਜੋ ਵੀ ਉਹਨਾਂ ਦੀ ਮਨ ਦੀ ਭਾਵਨਾ ਹੈ, ਕੋਈ ਆਟਾ, ਕੋਈ ਲੂਣ, ਕੋਈ ਤੇਲ, ਕੋਈ ਚਾਵਲ, ਕੋਈ ਕੱਪੜਾ, ਜਾਂ ਬਹੁਤਾ ਕੋਈ ਕਰਜ਼ਈ ਇਨਸਾਨ ਹੋਵੇ, ਥੋੜੇ ਬਹੁਤੇ ਪੈਸਾ ਲੈਣ ਵਾਸਤੇ ਵੀ ਮਹਾਰਾਜ ਤੋਂ ਥੋੜੇ ਬਹੁਤੇ ਪੈਸਾ ਲੈ ਕੇ ਕੰਮ ਕਾਜ ਤੋਰਾਂਗੇ। ਕੋਈ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਦੀ ਭਾਵਨਾ ਪੂਰੀ ਕਰਕੇ ਉਸ ਨੂੰ ਤੋਰਦੇ। ਹੋਏ ਰਹੇ ਵੀ ਸਮਾਦ ਸਬੈ ਨਰ। ਇਸ ਪ੍ਰਕਾਰ ਸੁਲਤਾਨਪੁਰ ਲੋਧੀ ਦੇ ਵਿੱਚ ਸਾਰੇ ਲੋਕ ਖੁਸ਼ ਹਨ। ਕੀਨ ਰਸਾਇਣ ਕੈ ਤਨ ਪਾਈ। ਤਾਂ ਇਸ ਪ੍ਰਕਾਰ ਰਸਦ ਵੀ ਤੇ ਧਨ ਵੀ, ਕੱਪੜਾ ਵੀ ਪਾ ਕੇ ਸਾਰੇ ਗਰੀਬ ਗੁਰੂਬੇ ਬੜੇ ਖੁਸ਼ ਹੋਏ। ਜਾਣੈ ਨ ਭੇਦ ਛੇਦ ਯਹੀ ਕਰਤਾਰ। ਭਾਈ ਬਾਲਾ ਜੀ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੁਲਤਾਨਪੁਰ ਦੇ ਲੋਕਾਂ ਨੇ ਇਸ ਗੱਲ ਦਾ ਭੇਦ ਨਾ ਪਾਇਆ ਵੀ ਜੋ ਸਾਨੂੰ ਰਾਸ਼ਨ ਪਾਣੀ ਔਰ ਇਸ ਤਰ੍ਹਾਂ ਮੋਦੀਖਾਨੇ ਦੇ ਵਿੱਚ ਭੁੱਖਿਆਂ ਨੂੰ ਅੰਨ, ਨੰਗਿਆਂ ਨੂੰ ਵਸਤਰ ਵੰਡ ਰਹੇ ਹਨ, ਇਹ ਧੰਨ ਗੁਰੂ ਨਾਨਕ ਦੇਵ ਜੀ ਕਰਤਾਰ ਦਾ ਰੂਪ ਆਪ ਹਨ, ਆਪ ਪਰਮੇਸ਼ਰ ਹਨ। ਇਸ ਗੱਲ ਦਾ ਭੇਦ ਨਾ ਕੋਈ ਪਾ ਸਕਿਆ। ਸਰੂਪ ਤਰਾ ਅਵਤਾਰਾ। ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੁਨੀਆ ਦੇ ਉਧਾਰ ਵਾਸਤੇ ਅਵਤਾਰ ਧਾਰਨ ਕੀਤਾ ਹੈ। ਦੰਭ ਨਿਕੰਦਨ ਆਨੰਦ ਕੰਦ। ਤਾਂ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੰਭ ਨਿਕੰਦਨ ਆਨੰਦ ਕੰਦ ਸੋ ਇਸ ਤਰ੍ਹਾਂ ਕਰਕੇ ਕਬੁੱਧ ਦਾ ਨਾਸ ਕਰਨ ਵਾਲੇ, ਕੂੜ ਦੇ ਵਿੱਚ ਲੱਗੇ ਹੋਏ ਮਨਾਂ ਨੂੰ ਕੱਢਣ ਵਾਲੇ, ਔਰ ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਨੂੰ ਪ੍ਰਗਟ ਕਰਨ ਵਾਲੇ, ਝੂਠ ਦੀ ਥਾਂ ਸੱਚ ਨੂੰ ਪੈਦਾ ਕਰਨ ਵਾਲੇ,
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੁਨੀਆ ਨੂੰ ਨਾਮ ਜਪਾਉਣ ਵਾਸਤੇ ਅਵਤਾਰ ਧਾਰਨ ਕੀਤਾ। ਇਸ ਤਰ੍ਹਾਂ ਭਾਈ ਬਾਲਾ ਜੀ ਉਪਮਾ ਕਰ ਰਹੇ ਹਨ ਮਹਾਰਾਜ ਜੀ ਦੀ। ਨਾਮ ਜਪਾਵਨ ਕੋ ਤਨ ਧਾਰਾ, ਦੁਨੀਆ ਨੂੰ ਤਾਰਨ ਵਾਸਤੇ, ਨਾਮ ਨੂੰ ਜਪਾਉਣ ਵਾਸਤੇ ਅਵਤਾਰ ਧਾਰਨ ਕੀਤਾ ਹੈ। ਨੋ ਨਿਧ ਸਿਧ 18 ਹੈ ਜੇ ਕਰ, ਤਾਂ ਕਹਿਣ ਲੱਗੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੋਦੀ ਖਾਨੇ ਦੇ ਅੱਗੇ 9 ਨਿਧੀਆਂ 18 ਸਿੱਧੀਆਂ ਤਮਾਮ ਸ਼ਕਤੀ ਕੁਮੇਰ ਭੰਡਾਰੀ ਕਾਮ ਤੇਨ ਗਊ ਹੱਥ ਬੰਨ ਕੇ ਖੜੇ ਹਨ। ਸਾਰੇ ਹੱਥ ਬੰਨ ਕੇ ਖੜੇ ਹਨ। ਇਸ ਪ੍ਰਕਾਰ ਬੰਦ ਕੇ ਠਾਂਡੀ ਰਹਿ ਦਰਬਾਰਾ, ਉਸ ਸਥਾਨ ਦੇ ਵਿੱਚ ਉੱਥੇ ਘਾਟ ਕਿੱਥੇ ਆ ਸਕਦੀ ਹੈ? ਕੌਣ ਕਮੀ ਹੋਏ ਤਾਹੇ ਸਥਾਨ, ਨਿਰੰਜਨ ਅੰਜਨ ਹੈ ਵਰਤਾਰਾ। ਮਹਾਰਾਜ ਜੀ ਕਹਿੰਦੇ 9 ਨਿਧ ਸਿੱਧ 18 ਹੈ ਜੇ ਕਰ, ਬੰਦ ਕੈ ਠਾਂਡੀ ਰਹਿ ਦਰਬਾਰ ਹੈ। ਜਿਹਦੇ ਦਰਬਾਰ ਅੱਗੇ 9 ਨਿਧੀਆਂ 18 ਸਿੱਧੀਆਂ ਸਾਰੇ ਸੰਸਾਰ ਦੀ ਮਾਇਆ ਹੱਥ ਬੰਨ ਕੇ ਖੜੀ ਹੋਵੇ। ਕੌਣ ਕਮੀ ਹੋਏ ਤਾਹੇ ਸਥਾਨ, ਫਿਰ ਉਸ ਸਥਾਨ ਤੇ ਕਿਸ ਗੱਲ ਦੀ ਕਮੀ ਹੋ ਸਕਦੀ ਹੈ? ਜਿੱਥੇ ਇੰਨੀ ਸਾਰੀ ਤਾਕਤ, ਸਾਰੀ ਦੁਨੀਆ ਦੀ ਮਾਇਆ ਹੱਥ ਬੰਨ ਕੇ ਖੜੀ ਹੋਵੇ, ਉੱਥੇ ਕਮੀ ਆ ਸਕਦੀ ਹੈ ਕਿਸੇ ਗੱਲ ਦੀ? ਨਿਰੰਜਨ ਅੰਜਨ ਮੈਂ ਵਰਤਾਰਾ, ਹੁਣ ਨਿਰੰਜਨ ਅੰਜਨ ਮੈਂ ਵਰਤਾਰਾ, ਮਾਇਆ ਤੋਂ ਰਹਿਤ ਪਰਮੇਸ਼ਰ, ਮਾਇਆ ਤੋਂ ਰਹਿਤ ਪਰਮੇਸ਼ਰ ਨਿਰੰਜਨ। ਨਿਰੰਜਨ ਹੁੰਦਾ ਹੈ ਮਾਇਆ ਤੋਂ ਰਹਿਤ, ਅੰਜਨ ਮੈਂ ਵਰਤਾਰਾ। ਹੁਣ ਆਪ ਅਕਾਲ ਪੁਰਖ ਵਾਹਿਗੁਰੂ ਜੀ ਮਾਇਆ ਤੋਂ ਰਹਿਤ ਪਰਮੇਸ਼ਰ ਜੋ ਹੈ ਮਾਇਆ ਦੇ ਵਿੱਚ ਦੀ ਹੋ ਕੇ ਵਰਤ ਰਹੇ ਨੇ, ਬਰਕਤਾਂ ਪਾ ਰਹੇ ਹਨ। ਇਸ ਤਰ੍ਹਾਂ ਭਾਈ ਬਾਲਾ ਜੀ ਲੱਗਿਆ ਕਹਿਣ, ਪੱਖੋ ਕੇ ਰੰਦਾਵੇ ਗ੍ਰਾਮ ਬਸੈ ਤਹਿ ਮੂਲਾ ਨਾਮ। ਹੁਣ ਭਾਈ ਬਾਲਾ ਜੀ ਕਹਿਣ ਲੱਗੇ ਕਿ ਇੱਕ ਪੱਖੋ ਕੇ ਰੰਧਾਵੇ ਵਿਖੇ ਇੱਕ ਮੂਲਾ ਨਾਮ ਦਾ ਖੱਤਰੀ ਰਹਿੰਦਾ ਸੀ, ਮੂਲ ਚੰਦ ਖੱਤਰੀ ਜੀ। ਪੱਖੋ ਕੇ ਰੰਧਾਵੇ ਪਿੰਡ ਇੱਕ ਮੂਲਾ ਚੰਦ ਖੱਤਰੀ ਰਹਿੰਦਾ ਸੀ। ਨੇਗੀ ਲੈ ਸਗਾਈ ਆਏ ਪੁਰ ਸੁਲਤਾਨ ਹੈ। ਹੁਣ ਕੀ ਕੀਤਾ? ਪੱਖੋ ਕਾ ਰੰਧਾਵੀ ਮੂਲਾ ਖੱਤਰੀ ਰਿਸ਼ਤਾ ਲੈ ਕੇ ਸੁਲਤਾਨਪੁਰ ਪਹੁੰਚਿਆ ਹੈ ਭਾਈ ਜੈ ਰਾਮ ਜੀ ਦੇ ਘਰ। ਰਿਸ਼ਤਾ ਕਿਹਨੂੰ ਕਰਨਾ ਹੈ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰਿਸ਼ਤਾ ਲੈ ਕੇ ਮੂਲਾ ਖੱਤਰੀ, ਮੂਲਾ ਚੰਦ ਨਾਮ ਦਾ ਖੱਤਰੀ ਜੋ ਹੈ ਉਹ ਪਹੁੰਚਿਆ ਹੈ। ਮੂਲਾ ਪਟਵਾਰੀ ਵੀ ਕਹਿ ਦਿੰਦੇ, ਪੱਖੋ ਕੇ ਰੰਧਾਵਿਆਂ ਦਾ ਪਟਵਾਰੀ ਸੀ ਮੂਲ ਚੰਦ ਜੀ। ਮੂਲ ਚੰਦ ਜੀ ਯਾਨੀ ਰਿਸ਼ਤਾ ਲੈ ਕੇ ਸੁਲਤਾਨਪੁਰ ਆਏ ਹਨ। ਬੂਝਤ ਜਰਾਮ ਨਾਮ ਆਨ ਮਿਲੇ ਤਾਮ ਸੋਊ। ਹੁਣ ਸੁਲਤਾਨਪੁਰ ਆ ਕੇ ਪੁੱਛਦੇ ਨੇ ਭਾਈ ਜੈ ਰਾਮ ਦਾ ਘਰ ਕਿਹੜਾ ਹੈ? ਬੂਝਤ ਜਰਾਮ ਨਾਮ ਆਨ ਮਿਲੇ ਧਾਮ ਸੋਊ। ਸੁਲਤਾਨਪੁਰ ਆ ਕੇ ਮੂਲ ਚੰਦ ਜੀ ਪੁੱਛਦੇ ਨੇ ਕਿ ਭਾਈ ਜੈ ਰਾਮ ਜੀ ਦਾ ਘਰ ਕਿਹੜਾ ਹੈ? ਭਲੇ ਸਨਮਾਨ ਕੈ ਬੈਸਾਏ ਸ਼ੁਭ ਥਾਨ ਹੈ। ਫਿਰ ਕਿਸੇ ਭਲੇ ਪੁਰਸ਼ ਨੇ ਦੱਸਿਆ ਕਿ ਭਾਈ ਸਾਹਿਬ ਜੀ ਉਹ ਘਰ ਜੈ ਰਾਮ ਜੀ ਦਾ। ਤਾਂ ਅੱਗੋਂ ਜੈ ਰਾਮ ਜੀ ਨੂੰ ਪਤਾ ਮਿਲਿਆ ਕਿ ਪੱਖੋਂ ਕੇ ਰੰਧਾਵੇ ਤੋਂ ਮੂਲ ਚੰਦ ਜੀ ਆਪਣੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਨੇ। ਜੈ ਰਾਮ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਮੂਲ ਚੰਦ ਖੱਤਰੀ ਜੀ ਨੂੰ ਆਪਣੇ ਘਰ ਦੇ ਵਿੱਚ ਬਿਠਾਇਆ। ਨਾਨਕੀ ਸੁਨੰਤ ਹਰ ਖੰਤ ਅਨਮੇਵ ਅੰਗ। ਹੁਣ ਜਦੋਂ ਬੇਬੇ ਨਾਨਕੀ ਜੀ ਨੂੰ ਪਤਾ ਲੱਗਿਆ ਕਿ ਮੇਰੇ ਵੀਰ ਦਾ ਰਿਸ਼ਤਾ ਆਇਆ ਹੈ ਔਰ ਪੱਖੋਂ ਕੇ ਰੰਧਾਵੇ ਤੋਂ ਮੂਲ ਚੰਦ ਜੀ ਆਏ ਹਨ, ਤਾਂ ਬੇਬੇ ਨਾਨਕੀ ਜੀ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ। ਬੋਲੀ ਕੁਲ ਬੁਧੂ ਜੇ ਵਧਾਈ ਦੇ ਤਮਾਨ ਹੈ। ਹੁਣ ਉਸੇ ਵੇਲੇ ਬੇਬੇ ਨਾਨਕੀ ਜੀ ਨੇ ਬੋਲੀ ਕੁਲ ਬਧੂ ਜੇ ਵਧਾਈ ਦੇ ਤਮਾਨ ਹੈ, ਤਾਂ ਉਸੇ ਵੇਲੇ ਬੇਬੇ ਨਾਨਕੀ ਜੀ ਇੰਨੀ ਪ੍ਰਸੰਨ ਹੋਈ ਤਾਂ ਉਸਨੇ ਆਪਣੇ ਸਾਰੇ ਸਾਕ ਸੰਬੰਧੀਆਂ ਨੂੰ, ਕੁਲ ਦੀਆਂ ਇਸਤਰੀਆਂ ਨੂੰ, ਸਾਰਿਆਂ ਨੂੰ ਸੁਨੇਹਾ ਭੇਜਿਆ, ਭਾਈ ਸਾਡੇ ਘਰ ਆਵੋ, ਮੇਰੇ ਨਾਨਕ ਵੀਰ ਦਾ ਰਿਸ਼ਤਾ ਆਇਆ ਹੈ। ਸੋ ਇਸ ਤਰ੍ਹਾਂ ਕਰਕੇ ਫਿਰ ਸਾਰੇ ਉਹ ਜਿਹੜੇ ਕੁਟੰਬੀ ਸਨ ਉਹ ਸਾਰੇ ਇਕੱਠੇ ਹੋ ਜਾਂਦੇ ਹਨ। ਕੀਨੀ ਕੁਲ ਰੀਤ ਮਿਲ ਗਾਵਤ ਹੈ।
ਤਾਂ ਇਸ ਪ੍ਰਕਾਰ ਜਿਵੇਂ ਪਰਿਵਾਰਾਂ ਦੀ ਰੀਤ ਹੁੰਦੀ ਹੈ ਵੀ ਸਾਕ ਸੰਬੰਧੀ ਸਾਰੇ ਇਕੱਠੇ ਹੋ ਕੇ ਬੈਠ ਜਾਂਦੇ ਨੇ, ਫਿਰ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਇਸੇ ਪ੍ਰਕਾਰ ਬੇਬੇ ਨਾਨਕੀ ਜੀ ਦੇ ਘਰੇ ਜੋ ਭਾਈ ਜੈ ਰਾਮ ਜੀ ਦਾ ਕੋੜਮਾ ਸੀ, ਸਾਰਾ ਆਂਢ ਗੁਆਂਢ ਸਾਕ ਸੰਬੰਧੀ ਸਨ, ਉਹ ਸਾਰੇ ਆ ਜਾਂਦੇ ਨੇ, ਆ ਕੇ ਬੜੀ ਖੁਸ਼ੀ ਦੀਆਂ ਗੱਲਾਂ ਕਰਦੇ ਹਨ। ਗੀਤ ਧੀਏ ਨੀਕੋ ਉਤਸਾਹ ਕੀਨੋ। ਤਾਂ ਉਸ ਵੇਲੇ ਬੇਬੇ ਨਾਨਕੀ ਜੀ ਨੂੰ ਫਿਰ ਵਧਾਈਆਂ ਦਿੰਦੇ ਨੇ। ਹੁਣ ਪਹਿਲਾਂ ਜਿਵੇਂ ਪ੍ਰਚਲਿਤ ਸੀ ਰਿਵਾਜ, ਹੁਣ ਵੀ ਹੈ। ਫਿਰ ਪਰਿਵਾਰਾਂ ਦੇ ਵਿੱਚੋਂ ਸਿੱਠਣੀਆਂ ਗਾਈਆਂ ਜਾਂਦੀਆਂ ਨੇ, ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਇਸ ਤਰ੍ਹਾਂ ਬੇਬੇ ਨਾਨਕੀ ਜੀ ਦੇ ਜਿਹੜੇ ਸਹੁਰੇ ਪਰਿਵਾਰ ਦੀਆਂ ਮਾਈ ਲੋਕ ਸਨ, ਮਾਈਆਂ, ਉਹ ਸਾਰੀਆਂ ਬੇਬੇ ਨਾਨਕੀ ਜੀ ਨੂੰ ਵਧਾਈਆਂ ਦੇਣ ਲੱਗ ਗਈਆਂ। ਇਸ ਤਰ੍ਹਾਂ ਸਿੱਠਣੀਆਂ ਗਾਣ ਲੱਗ ਪਈਆਂ। ਦਿਨੋਂ ਬਹਿਦਾਨ ਹੈ। ਤਾਂ ਬੇਬੇ ਨਾਨਕੀ ਜੀ ਤੇ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਥਾਲੀ ਭਰ ਲੈਂਦੀ ਹੈ ਮਿੱਠੇ ਦੀ, ਸਭ ਨੂੰ ਮਿੱਠਾ ਖਵਾਈ ਜਾਂਦੀ ਹੈ ਔਰ ਬੜੀ ਖੁਸ਼ ਹੁੰਦੀ ਹੈ। ਹਰ ਖਯੋ ਜਰਾਂਬੋ ਬਾਂਧਵ ਬੁਲਾਏ ਧਾਮ। ਹੁਣ ਭਾਈ ਜੈ ਰਾਮ ਜੀ ਨੇ ਵੀ ਬੜੀ ਖੁਸ਼ੀ ਕੀਤੀ। ਭਾਈ ਜੈ ਰਾਮ ਜੀ ਨੇ ਵੀ ਨੌਕਰ ਭੇਜ ਕੇ ਆਪਣੇ ਸਾਕ ਸੰਬੰਧੀ ਜੋ ਬੰਦੇ ਸਨ, ਉਹ ਸਾਰੇ ਬੰਦਿਆਂ ਨੂੰ ਬੁਲਾਇਆ। ਜਿਵੇਂ ਆਮ ਕੋਈ ਰਿਸ਼ਤਾ ਆਵੇ ਨਾ, ਫਿਰ ਜਿਸ ਭਾਈ ਹੁੰਦੇ ਨੇ ਕਈ, ਤਾਂ ਫਿਰ ਉਹ ਲੜਕੇ ਦਾ ਰਿਸ਼ਤਾ ਆ ਜਾਏ ਨਾ, ਫਿਰ ਉਹ ਆਪਣੇ ਸਾਰੇ ਭਾਈਆਂ ਨੂੰ ਬੁਲਾਉਂਦਾ ਹੈ ਕਿ ਆਓ ਭਾਈ ਆਪਾਂ ਬੈਠੀਏ, ਇਹ ਭਾਈ ਆਏ ਨੇ ਦੇਖਣ ਵਾਸਤੇ ਤੇ ਰਿਸ਼ਤਾ ਲੈ ਕੇ ਆਏ ਨੇ। ਫਿਰ ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ, ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ। ਇਸੇ ਪ੍ਰਕਾਰ ਜੈ ਰਾਮ ਜੀ ਦੇ ਵੀ ਸਾਰੇ ਜਿੰਨੇ ਸਾਕ ਸੰਬੰਧੀ ਸਨ ਬੰਦੇ, ਉਹ ਸਾਰੇ ਇਕੱਠੇ ਹੋ ਕੇ ਆ ਜਾਂਦੇ ਹਨ। ਹਾਂਜੀ। ਕਟੀ ਕਾ ਵਿਚਾਰ ਕੰਜ ਨੈਣ ਕੋ ਬਿਠਾਇਓ ਹੈ। ਹੁਣ ਇਸ ਪ੍ਰਕਾਰ ਵਿਚਾਰ ਕਰਕੇ ਸਾਰਿਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੁਲਾਇਆ। ਬੁਲਾ ਕੇ ਫਿਰ ਉਹ ਜਿਹੜਾ ਮੂਲ ਚੰਦ ਚੌਧਰੀ ਸੀ, ਉਹਨਾਂ ਦੇ ਸਾਹਮਣੇ ਬਹਿ ਜਾਂਦੇ ਨੇ ਮੂਲ ਚੰਦ ਜੀ ਦੇ। ਹੁਣ ਜਿਵੇਂ ਕੋਈ ਮਿੱਠਾ ਜਾਂ ਰੁਪਈਆ ਉਹ ਝੋਲੀ ਵਿੱਚ ਪਾਉਂਦੇ ਨੇ, ਫਿਰ ਪੈਸੇ ਇਸ ਤਰ੍ਹਾਂ ਰੋਕ ਕਰਦੇ ਨੇ, ਜਾਂ ਉਹ ਮਿੱਠੇ ਡੱਬੇ ਵਟਾ ਲੈਂਦੇ ਨੇ ਅੱਜ ਕੱਲ੍ਹ। ਇਸ ਤਰ੍ਹਾਂ ਆਪੋ ਆਪਣੇ ਹਿਸਾਬ ਦਾ ਰੀਤ ਰਿਵਾਜ ਬਣੇ ਨੇ। ਮੁਸਲਮਾਨ ਵੀਰਾਂ ਦਾ ਹੋਰ ਹੈ, ਆਮ ਸਿੱਖ ਪਰਿਵਾਰਾਂ ਦਾ ਹੋਰ ਹੈ, ਜਾਂ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਸ਼ਹਿਰੀ, ਉਹਨਾਂ ਦਾ ਜਿਹੜਾ ਸਗਾਈ ਕਰਨ ਦਾ ਉਹਨਾਂ ਦਾ ਕੁਛ ਹੋਰ ਪ੍ਰਕਾਰ ਦਾ। ਸੋ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵਿਚਕਾਰ ਬਿਠਾ ਕੇ ਤੇ ਝੋਲੀ ਦੇ ਵਿੱਚ ਮਠਿਆਈ ਪਾਈ ਗਈ। ਤੇ ਫਿਰ ਜਿਵੇਂ ਮੂਲਾ ਖੱਤਰੀ ਜੀ ਨੇ ਜਿਹੜਾ ਸਗਾਈ ਦੀ ਰਸਮ ਹੁੰਦੀ ਹੈ ਉਹ ਕੀਤੀ। ਹਾਂਜੀ। ਪਾਲ ਮੈਂ ਤਿਲਕ ਕੀਨੋ। ਤਾਂ ਫਿਰ ਆਮ ਆਪਾਂ ਦੇਖਦੇ ਹਾਂ ਕਿ ਉਹ ਥਾਲੀ ਜੀ ਹੁੰਦੀ ਹੈ, ਥਾਲੀ ਦੇ ਵਿੱਚ ਲੱਡੂ ਰੱਖੇ ਹੁੰਦੇ ਨੇ, ਇੱਕ ਦੁੱਬ ਹੁੰਦੀ ਹੈ, ਹਲਦੀ ਹੁੰਦੀ ਹੈ, ਚੌਲ ਹੁੰਦੇ ਨੇ ਰੱਖੇ। ਆਮ ਕਿ ਦੇਖਿਆ ਵੀ ਇਸ ਤਰ੍ਹਾਂ, ਫਿਰ ਉਹ ਮਾੜਾ ਜਿਹਾ ਲਾ ਕੇ ਚੌਲ ਤੇ ਇਸ ਤਰ੍ਹਾਂ ਕਰਦੇ ਨੇ। ਤੇ ਭਾਈ ਬਾਲਾ ਜੀ ਦੱਸਦੇ ਨੇ ਵੀ ਸਾਰੀ ਦੁਨਿਆਵੀ ਰਸਮ ਮਹਾਰਾਜ ਜੀ ਨੇ ਉਸੇ ਤਰ੍ਹਾਂ ਕਰਾਈ। ਦੇਖੋ, ਤਾਂ ਬੈਠੇ ਰਹੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮੂਲ ਚੰਦ ਜੀ ਖੱਤਰੀ ਜੀ ਨੇ ਸਾਰੀ ਇਸੇ ਪ੍ਰਕਾਰ ਰਸਮਾਂ ਕੀਤੀਆਂ। ਵਿਪਰਨ ਅਸੀਸ ਦੀਨੋ। ਤੇ ਨਾਲ ਜੋ ਹਨ ਮੂਲ ਚੰਦ ਜੀ ਦੇ ਨਾਲ, ਹੁਣ ਜਿਵੇਂ ਆਪਣਾ ਪ੍ਰੋਹਤ ਲੈ ਕੇ ਜਾਂਦੇ ਹੁੰਦੇ ਪੰਡਿਤ, ਪਹਿਲਾਂ ਰਿਸ਼ਤਾ ਯਾਨੀ ਕਿ ਪੰਡਿਤ ਲੋਕ ਹੀ ਕਰਕੇ ਆਉਂਦੇ ਹੁੰਦੇ, ਕੁਲ ਪ੍ਰੋਹਤ ਜਾਂਦਾ ਹੁੰਦਾ ਰਿਸ਼ਤਾ ਕਰਨ। ਹੁਣ ਮੂਲ ਚੰਦ ਜੀ ਦੇ ਨਾਲ ਜੋ ਹੈ ਉਹ ਪ੍ਰੋਹਤ ਵੀ ਆਏ ਨੇ, ਉਹ ਦੱਸੀ ਜਾਂਦੇ ਨੇ ਵੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਜਿਵੇਂ ਸਿਆਣੇ ਬੰਦੇ ਕਰਦੇ ਹੁੰਦੇ ਨੇ ਸਗਾਈ ਦੇ ਟਾਈਮ। ਹਾਂਜੀ। ਅਛਤ ਲਗਾਏ ਮਿਸ਼ਟਾਨ ਮੁਖ ਪਾਇਓ ਹੈ। ਤਾਂ ਇਸ ਪ੍ਰਕਾਰ ਮਿੱਠਾ ਮੂੰਹ ਦੇ ਵਿੱਚ ਪਾਇਆ ਗਿਆ, ਮਿੱਠਾ ਮੂੰਹ 'ਚ ਪਾਇਆ ਗਿਆ। ਮੂਲ ਚੰਦ ਜੀ ਆਪਣੀ ਲੜਕੀ ਦਾ ਰੋਕਾ ਕਰਨ ਵਾਸਤੇ ਸਾਰੀਆਂ ਰਸਮਾਂ ਕਰ ਰਹੇ ਹਨ। ਗਾਏ ਗੀਤ ਨਾਰੀ। ਤਾਂ ਉਸ ਵੇਲੇ ਪਰਿਵਾਰ ਦੇ ਸਾਕ ਸੰਬੰਧੀ ਸਾਰੇ ਖੁਸ਼ੀਆਂ ਮਨਾਉਂਦੇ ਨੇ। ਉਹ ਮਾਈ ਲੋਕ ਆਪਣਾ ਖੁਸ਼ੀ ਜ਼ਾਹਰ ਕਰਦੀਆਂ ਨੇ ਔਰ ਉਧਰੋਂ ਮੂਲ ਚੰਦ ਜੀ ਆਪਣੀ ਜਿਹੜਾ ਰਸਮ ਹੈ ਉਹ ਕਰ ਰਹੇ ਹਨ। ਲੇਤ ਨਾਮ ਦੇਤ ਗਾਰੀ। ਤਾਂ ਹੁਣ ਬੇਬੇ ਨਾਨਕੀ ਜੀ ਦਾ ਨਾਮ ਲੈ ਕੇ ਯਾਨੀ ਉਹ ਵਧਾਈਆਂ ਦਿੰਦੀਆਂ ਨੇ, ਕਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਲੈ ਕੇ, ਕਦੇ ਭਾਈ ਜੈ ਰਾਮ ਜੀ ਨੂੰ, ਕਦੇ ਵਧਾਈ ਦਿੰਦੀਆਂ ਨੇ ਪਿਤਾ ਮਹਿਤਾ ਕਾਲੂ ਜੀ ਨੂੰ। ਇਸ ਤਰ੍ਹਾਂ ਦਿੰਦੇ ਹਨ। ਹਾਸ ਹੋਤ ਸੁਖਕਾਰੀ ਮਨ ਸਬਨ ਕੇ ਪਾਇਓ ਹੈ। ਇਸ ਪ੍ਰਕਾਰ ਬੜਾ ਖੁਸ਼ੀ ਦਾ ਮਾਹੌਲ ਹੈ।
ਸਾਰੇ ਪਾਸੇ ਸੁਖ ਹੀ ਸੁਖ ਵਰਤ ਰਿਹਾ ਹੈ। ਐਸੇ ਸੁਲਤਾਨਪੁਰ ਅਧਿਕ ਉਛਾਕਰ। ਇਸ ਪ੍ਰਕਾਰ ਸੁਲਤਾਨਪੁਰ ਦੇ ਵਿੱਚ ਭਾਈ ਜੈ ਰਾਮ ਜੀ ਦੇ ਘਰ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਹਾਂਜੀ, ਏਕ ਤਲਵੰਡੀ ਨਾਲ ਤੁਰਨ ਪਠਾਇਓ ਹੈ। ਤਾਂ ਇੰਨੇ ਦੇ ਵਿੱਚ ਜਦੋਂ ਇਹ ਸਾਰੀ ਰਸਮ ਹੋ ਜਾਂਦੀ ਹੈ ਤਾਂ ਭਾਈ ਜੈ ਰਾਮ ਜੀ ਨੇ ਇੱਕ ਬੰਦਾ ਸੁਨੇਹਾ ਦੇ ਕੇ ਵੀ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਾਈ ਰੋਕਾ ਕਰ ਗਿਆ ਆ ਕੇ ਮੂਲ ਚੰਦ ਖੱਤਰੀ, ਰਿਸ਼ਤਾ ਪੱਕਾ ਹੋ ਗਿਆ। ਤੇ ਹੁਣ ਸਾਰੇ ਪਰਿਵਾਰ ਨੇ ਯਾਨੀ ਕਿ ਜੋ ਪੱਖੋ ਕੇ ਰੰਧਾਵੇ ਪਿੰਡ ਹੈ ਗੁਰੂ ਕਾ ਬਟਾਲਾ ਸਾਹਿਬ, ਤਾਂ ਕਹਿਣ ਲੱਗੇ ਉੱਥੇ ਜਾਂਦੇ ਨੇ। ਫਿਰ ਜਿਵੇਂ ਹੁਣ ਪਹਿਲਾਂ ਮੂਲ ਚੰਦ ਜੀ ਆਏ ਨੇ, ਫਿਰ ਸਾਰਾ ਲੜਕੇ ਵਾਲਾ ਪਰਿਵਾਰ ਲੜਕੀ ਦੇ ਘਰੇ ਜਾਂਦਾ ਹੈ। ਤਾਂ ਜੈ ਰਾਮ ਜੀ ਨੇ ਸੁਨੇਹਾ ਭੇਜਿਆ ਮਹਿਤਾ ਕਾਲੂ ਜੀ ਕੋਲੇ, ਇੱਕ ਬੰਦਾ ਭੇਜਿਆ ਵੀ ਜਾ ਭਾਈ ਸੁਨੇਹਾ ਲੈ ਕੇ ਜਾ ਕੇ ਦੱਸ ਭਾਈ ਵੀ ਇਸ ਤਰ੍ਹਾਂ ਕਰਕੇ ਉਹ ਰੁਕ ਹੋ ਗਈ ਹੈ, ਸਗਾਈ ਹੋ ਗਈ ਹੈ ਤੇ ਤੁਹਾਨੂੰ ਉੱਥੇ ਬੁਲਾਇਆ ਹੈ, ਪੱਖੋ ਕੇ ਰੰਧਾਵੇ ਪਿੰਡ ਜਾਣਾ ਹੈ, ਅੱਗੇ ਰੋਕ ਕਰਨ। ਕਿਉਂਕਿ ਪਹਿਲਾਂ ਲੜਕੀ ਵਾਲੇ ਲੜਕੇ ਨੂੰ ਰੋਕਦੇ ਨੇ, ਫਿਰ ਲੜਕੇ ਵਾਲੇ ਜਾ ਕੇ ਲੜਕੀ ਦਾ ਰੋਕਦੇ ਨੇ। ਹੁਣ ਅੱਜ ਕੱਲ੍ਹ ਵਾਂਗੂ ਸਾਹਮਣੇ ਬਿਠਾ ਕੇ ਤਾਂ ਨਹੀਂ, ਉਸ ਵੇਲੇ ਪਰਦੇ 'ਚ ਹੁੰਦਾ ਇਸ ਤਰ੍ਹਾਂ। ਸੋ ਇਸੇ ਪ੍ਰਕਾਰ ਰਸਮਾਂ ਹੋਣੀਆਂ ਨੇ ਸਾਰੀਆਂ। ਤਾਂ ਫਿਰ ਜੈ ਰਾਮ ਜੀ ਨੇ ਇੱਕ ਆਪਣਾ ਨੌਕਰ ਯਾਨੀ ਕਿ ਨਨਕਾਣਾ ਸਾਹਿਬ ਭੇਜਿਆ। ਹਾਂਜੀ, ਤ੍ਰਿਪਤਾ ਗੁਰਮਾਤ ਸੁਣੀ ਜਬ ਬਾਤ ਹਿਰਦੈ। ਤ੍ਰਿਪਤਾ ਗੁਰਮਾਤ ਸੁਣੀ ਜਬ ਬਾਤ ਹਿਰਦੈ, ਇਸ ਤਰ੍ਹਾਂ ਪਿਆਰ ਦੇ ਨਾਲ ਆਰਾਮ ਨਾਲ ਪੜੋ। ਤ੍ਰਿਪਤਾ ਗੁਰਮਾਤ ਸੁਣੀ ਜਬ ਬਾਤ ਹਿਰਦੈ। ਜਦੋਂ ਬੰਦਾ ਪਹੁੰਚਿਆ ਨਨਕਾਣਾ ਸਾਹਿਬ, ਜਦੋਂ ਨਨਕਾਣਾ ਸਾਹਿਬ ਪਹੁੰਚਿਆ ਮਹਿਤਾ ਕਾਲੂ ਜੀ ਦੇ ਘਰੇ, ਜਦੋਂ ਮਾਤਾ ਤ੍ਰਿਪਤਾ ਜੀ ਨੇ ਸੁਣਿਆ ਕਿ ਸੁਨੇਹਾ ਲੈ ਕੇ ਆਇਆ ਭਾਈ ਕਿ ਨਾਨਕ ਜੀ ਦੀ ਸਗਾਈ ਹੋ ਗਈ ਹੈ, ਤਾਂ ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਬੜੇ ਖੁਸ਼ ਹੋਏ। ਹਰਖੀ ਜੋ ਨਵੋ ਨਿਦ ਪਾਈ। ਤਾਂ ਇਸ ਇੰਨੀ ਖੁਸ਼ ਹੋਈ ਜਿਵੇਂ ਕਿਸੇ ਨੂੰ 18 ਸਿੱਧੀਆਂ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਘਰ ਮੈਂ ਮਿਸ਼ਟਾਨ ਲਏ ਨਿਕਸੀ। ਹੁਣ ਮਾਤਾ ਤ੍ਰਿਪਤਾ ਜੀ ਨੇ ਘਰ ਵਿੱਚ ਜੋ ਮਿੱਠਾ ਸੀ ਉਹ ਚੱਕ ਲਿਆ, ਚੱਕ ਕੇ ਇੱਕ ਥਾਲ ਦੇ ਵਿੱਚ ਪਾ ਲਿਆ। ਕੀਆ ਤੁੰਡਾ ਲੰਗ ਤਿਨ ਸੁਧ ਬਤਾਈ। ਤਾਂ ਇਸ ਪ੍ਰਕਾਰ ਉਹ ਮਿੱਠਾ ਜੋ ਸੀ ਘਰ ਦੇ ਵਿੱਚ ਉਹ ਚੱਕ ਕੇ ਥਾਲ ਵਿੱਚ ਪਾ ਕੇ ਮਾਤਾ ਤ੍ਰਿਪਤਾ ਜੀ ਉਧਰ ਨੂੰ ਵਧੇ ਜਿਹੜਾ ਭਾਈ ਸੁਨੇਹਾ ਲੈ ਕੇ ਆਇਆ ਸੀ। ਕੁਲ ਨਾਰ ਬੁਲਾਏ ਗਵਾਏ ਕੈ। ਤਾਂ ਇਸ ਪ੍ਰਕਾਰ ਬਲਿਹਾਰ ਮੈਂ ਜਾਉਂ ਮੁਖ ਮੋਹ ਦੀਏ ਕਾਰਿਖੰ ਪੰਚ ਚੀਰ ਉਡਾਈ। ਤਾਂ ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਮੈਂ ਐਸੇ ਭਾਈ ਤੇਰੇ ਮੂੰਹ ਤੋਂ ਮੈਂ ਬਲਿਹਾਰ ਜਾਣੇ ਜਿਹਨੇ ਇਹ ਮੈਨੂੰ ਖਬਰ ਸੁਣਾਈ ਹੈ। ਪਹਿਲਾਂ ਇਹ ਰਿਵਾਜ ਹੁੰਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਦੀ ਖਬਰ ਲੈ ਕੇ ਆਉਂਦਾ ਨਾ ਖੁਸ਼ੀ ਦਾ, ਤਾਂ ਫਿਰ ਉਹਦਾ ਮਿੱਠੇ ਨਾਲ ਮੂੰਹ ਭਰਦੇ ਹੁੰਦੇ ਵੀ ਭਾਈ ਲੈ ਤੇਰਾ ਮਿੱਠੇ ਨਾਲ ਮੂੰਹ ਭਰਦੇ ਆ ਵੀ ਇਸ ਮੂੰਹ ਦੁਆਰਾ ਤੈਂ ਸਾਨੂੰ ਇਹ ਚੰਗੀ ਖਬਰ ਸੁਣਾਈ ਹੈ। ਫਿਰ ਇਸੇ ਪ੍ਰਕਾਰ ਮਾਤਾ ਤ੍ਰਿਪਤਾ ਜੀ ਨੇ ਉਹ ਜਿਹੜਾ ਸੁਨੇਹਾ ਲੈ ਕੇ ਆਇਆ ਵਿਚਾਰਾ ਲਾਗੀ ਗਰੀਬ, ਉਹਦਾ ਮੂੰਹ ਮਿੱਠੇ ਨਾਲ ਭਰ ਦਿੱਤਾ ਔਰ ਚੰਗੀ ਲਾਗ ਉਸ ਨੂੰ ਦਿੱਤੀ। ਭਾਈ ਤਾਂ ਬੜੀ ਖੁਸ਼ੀ ਦੀ ਖਬਰ ਸੁਣਾਈ ਹੈ, ਸਾਡੇ ਘਰ ਦੇ ਵਿੱਚ ਤਾਂ ਖੁਸ਼ੀ ਛਾ ਗਈ। ਜਦੋਂ ਇਸ ਪ੍ਰਕਾਰ ਇਹ ਖਬਰ ਮਿਲੀ ਤਾਂ ਫਿਰ ਮਾਤਾ ਤ੍ਰਿਪਤਾ ਜੀ ਨੇ ਵੀ ਨਨਕਾਣਾ ਸਾਹਿਬ ਦੇ ਵਿੱਚ ਆਪਣੇ ਸਾਕ ਸੰਬੰਧੀਆਂ ਨੂੰ ਸਾਰਿਆਂ ਨੂੰ ਬੁਲਾਇਆ ਕਿ ਆਓ ਭਾਈ ਸੁਨੇਹਾ ਆਇਆ ਹੈ, ਨਾਨਕ ਜੀ ਦੀ ਸਗਾਈ ਹੋ ਗਈ ਹੈ। ਖੁਸ਼ੀ ਮਨਾਉਣ ਵਾਸਤੇ ਫਿਰ ਸਾਰਿਆਂ ਨੂੰ ਬੁਲਾਇਆ ਗਿਆ। ਕੁਲ ਨਾਰ ਬੁਲਾਏ ਗਵਾਏ ਕੈ। ਫਿਰ ਸਾਰੀ ਕੁਲ ਬੇਦੀਆਂ ਦੀ ਕੁਲ ਦੀਆਂ ਸਾਰੀਆਂ ਮਾਈ ਭਾਈ ਸਾਰੇ ਇਕੱਠੇ ਹੋ ਗਏ ਪਰ ਘਰ ਦੇ ਵਿੱਚ ਔਰ ਬੜੀ ਖੁਸ਼ੀ ਮਨਾਈ ਗਈ। ਗੀਤਨ ਮੰਗਲ ਕੀਨ ਭਇਓ ਮਨ ਪਾਈ। ਹੁਣ ਨਨਕਾਣਾ ਸਾਹਿਬ ਦੇ ਵਿੱਚ ਵੀ ਇਸੇ ਤਰ੍ਹਾਂ ਮਾਈਆਂ ਨੇ ਬੜੇ ਖੁਸ਼ੀ ਕੀਤੀ ਗਈ। ਹਾਂਜੀ, ਕਾਲੂ ਨੇ ਬਾਤ ਸੁਣੀ ਹਰਖਿਓ। ਹੁਣ ਮਹਿਤਾ ਕਾਲੂ ਜੀ ਨੂੰ ਜਦੋਂ ਪਤਾ ਲੱਗਿਆ ਮਹਿਤਾ ਕਾਲੂ ਜੀ ਵੀ ਬੜੇ ਖੁਸ਼ ਹੋਏ। ਕਨਕੌਰ ਤੇ ਮੋਰ ਮਨੋ ਸੁਖ ਪਾਈ। ਉਹਨਾਂ ਨੇ ਵੀ ਮਾਨੋ ਇਸ ਤਰ੍ਹਾਂ ਖੁਸ਼ ਹੁੰਦੇ ਨੇ ਜਿਵੇਂ ਬੱਦਲ ਨੂੰ ਦੇਖ ਕੇ ਮੋਰ ਖੁਸ਼ ਹੁੰਦਾ ਹੈ, ਪਹਿਲਾਂ ਪਾਉਂਦਾ। ਇਸ ਪ੍ਰਕਾਰ ਮਹਿਤਾ ਕਾਲੂ ਜੀ ਬੜੇ ਖੁਸ਼ ਹੁੰਦੇ ਨੇ ਵੀ ਨਾਨਕ ਜੀ ਦੀ ਸਗਾਈ ਵੀ ਹੋ ਗਈ ਹੈ। ਜਾਚਕ ਜਾਚਤ ਤੇ ਮਨ ਭਾਵਤ ਲੇਤਾ ਸੀਸ। ਤਾਂ ਹੁਣ ਜਿੰਨੇ ਵੀ ਮੰਗਤੇ
ਪਤਾ ਲੱਗਦਾ ਹੁਣ ਵਧਾਈ ਦੇਣ ਵਾਲੇ ਵੀ ਆ ਜਾਂਦੇ ਨੇ, ਦੁੱਬ ਲੈ ਕੇ ਆਉਂਦੇ ਨੇ। ਅਗਲਾ ਕਹਿੰਦਾ ਜੀ ਤੁਹਾਡੇ ਕੰਨੀ ਵਧਾਈ ਹੋ ਗਈ। ਇਸ ਤਰ੍ਹਾਂ ਗਰੀਬ ਗਰੂਬੇ ਬਹੁਤ ਮਹਿਤਾ ਕਾਲੂ ਜੀ ਕੋਲੇ ਪਹੁੰਚੇ ਵਧਾਈ ਲੈ ਕੇ, ਤਾਂ ਸਾਰਿਆਂ ਨੂੰ ਮਹਿਤਾ ਕਾਲੂ ਜੀ ਖੁੱਲੇ ਦਿਲ ਦੇ ਨਾਲ ਦਾਨ ਪੁੰਨ ਕਰ ਰਹੇ ਹਨ। ਪਨੰਤ ਵਧਾਈ ਤਾਂ ਸਾਰਿਆਂ ਨੂੰ ਵਧਾਈ ਦਿੰਦੇ ਹਨ। ਅੰਗਨ ਮੈਂ ਅੰਗਨਾ ਸੋ ਉਮੰਗ ਦੁਕੂਲ ਅਲੰਕ੍ਰਿਤ। ਤਾਂ ਇਸ ਪ੍ਰਕਾਰ ਮਾਨੋ ਕਿ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੋ ਗਿਆ, ਸਾਰਿਆਂ ਦੇ ਚਿਹਰੇ ਖੁਸ਼ ਹੋ ਗਏ ਹਨ। ਮਹਿਤਾ ਕਾਲੂ ਜੀ ਦਾ ਘਰ ਖੁਸ਼ੀ ਨਾਲ ਖਿੜ ਗਿਆ ਹੈ। ਜਿੰਨੇ ਵੀ ਸਾਕ ਸੰਬੰਧੀ ਹਨ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੀ ਖੁਸ਼ੀ ਹੈ। ਇਸ ਪ੍ਰਕਾਰ ਸੋ ਛਬ ਛਾਈ ਤਾਂ ਸਾਰੇ ਪਾਸੇ ਇਹ ਖੁਸ਼ੀ ਛਾ ਗਈ ਹੈ। ਹਾਂਜੀ, ਨਾਨਕ ਰੂਪ ਲਖਿਓ ਅਵਤਾਰ ਕੋ। ਤਾਂ ਇਸ ਪ੍ਰਕਾਰ ਸਾਰੇ ਪਾਸੇ ਖੁਸ਼ੀ ਖੁਸ਼ੀ ਦਾ ਮਾਹੌਲ ਹੈ। ਸਾਰੇ ਕਹਿੰਦੇ ਨੇ ਭਾਈ ਬਹੁਤ ਚੰਗਾ ਹੋਇਆ, ਬਹੁਤ ਚੰਗਾ ਹੋਇਆ ਕਿ ਨਾਨਕ ਜੀ ਦੀ ਸਗਾਈ ਹੋ ਗਈ ਹੈ। ਇਸ ਪ੍ਰਕਾਰ ਬੈਸ ਸ਼ਰੀਕਨ ਯਾ ਵਿਦ ਗਾਈ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲੈ ਲੈ ਕੇ ਸਾਰੇ ਮਾਈ ਭਾਈ ਆਪਣੇ ਖੁਸ਼ੀ ਮੁਤਾਬਕ ਜੋ ਉਹਨਾਂ ਨੂੰ ਆਉਂਦਾ ਸੀ ਜਿਸ ਪ੍ਰਕਾਰ ਉਸ ਤਰ੍ਹਾਂ ਖੁਸ਼ੀਆਂ ਕਰ ਰਹੇ ਹਨ। ਧਰਮ ਹੈ ਕਾ ਸੰਬੰਧ ਭਇਆ ਬੇਦਨ ਕੁਲ ਬਿਖੈ। ਤਾਂ ਇਸ ਪ੍ਰਕਾਰ ਧਰਮੈ ਕਾ ਸੰਬੰਧ ਭਇਆ ਬੇਦੀਨ ਕੁਲ ਵਿਖੈ। ਸੋ ਇਸ ਪ੍ਰਕਾਰ ਸਾਰੇ ਪਾਸੇ ਬੇਦੀਆਂ ਦੀ ਕੁਲ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਦਾਨ ਪੁੰਨ ਕੀਤਾ ਗਿਆ। ਔਰ ਸਾਰੇ ਕਹਿੰਦੇ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਰੱਬੀ ਅਵਤਾਰ ਹਨ। ਸੋ ਇਸ ਕਰਕੇ ਮਹਿਤਾ ਕਾਲੂ ਜੀ ਦੇ ਪਰਿਵਾਰ ਨੂੰ ਵੀ ਧਰਮੀ ਮੰਨਦੇ ਕਿ ਭਾਈ ਧਰਮੀਆਂ ਦੇ ਘਰੇ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੈ। ਪਰਮੇਸ਼ਰ ਨੇ ਖੁਸ਼ੀ ਦਾ ਮੌਕਾ ਦਿੱਤਾ ਹੈ। ਕਿਉਂ? ਕਹਿਣ ਲੱਗੇ ਇਹਨਾਂ ਦਾ ਪੁੱਤਰ ਬੜਾ ਧਾਰਮਿਕ ਹੈ। ਬਹੁਤ ਉਹਨਾਂ ਦੀ ਸੋਭਾ ਸੁਲਤਾਨਪੁਰ ਲੋਧੀ ਦੇ ਵਿੱਚ ਗਰੀਬ ਗੁਰੂਬੇ ਸਾਰੇ ਗਾਉਂਦੇ ਨੇ, ਸਾਰੀ ਦੁਨੀਆ ਉਹਨਾਂ ਦਾ ਜਸ ਕਰਦੀ ਹੈ। ਇਸ ਪ੍ਰਕਾਰ ਕਹਿ ਰਹੇ ਹਨ ਕਾਲੂ ਸੂਤ ਸਤ ਸੰਦ ਨਿਰਮਲ। ਤਾਂ ਇਸ ਪ੍ਰਕਾਰ ਜਿਹੜਾ ਕਾਲੂ ਦਾ ਸੁੱਤ ਹੈ ਉਹ ਸਤ ਸੰਗੀ ਹੈ, ਸਾਧੂ ਸੁਭਾਅ ਹੈ, ਸੰਤ ਰੂਪ ਹੈ, ਕੁਲ ਸਭ ਹੀ ਕਰੀ। ਤੇ ਇਸ ਤਰ੍ਹਾਂ ਕਰਕੇ ਕਾਲੂ ਸੁਤ ਸਤ ਸੰਧ ਨਿਰਮਲ ਕੁਲ ਸਭ ਹੀ ਕਰੀ ਕਿ ਜਦੋਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਹਨ, ਮਾਨੋ ਕਹਿਣ ਲੱਗੇ ਸਾਰੀ ਬੇਦੀਆਂ ਦੀ ਕੁਲ ਨਿਰਮਲ ਹੋ ਗਈ ਹੈ। ਇਸ ਤਰ੍ਹਾਂ ਜਿਹੜਾ ਹੈ ਭਾਈ ਬਾਲਾ ਜੀ ਜਿਹੜੇ ਹਨ ਉਹ ਉਪਮਾ ਕਰ ਰਹੇ ਹਨ। ਸ਼੍ਰੀ ਨਾਨਕ ਕੇ ਨਾਨਕੇ। ਤਾਂ ਹੁਣ ਨਨਕਾਣਾ ਸਾਹਿਬ ਦੇ ਵਿੱਚ ਵੀ ਖੁਸ਼ੀ ਹੋਈ। ਹੁਣ ਮਾਤਾ ਤ੍ਰਿਪਤਾ ਜੀ ਨੇ ਅੱਗੇ ਤੀਜਾ ਸੁਨੇਹਾ ਕਿੱਥੇ ਭੇਜਿਆ? ਤੀਜਾ ਸੁਨੇਹਾ ਭੇਜਿਆ ਗਿਆ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਕੇ ਪਰਿਵਾਰ ਕੋਲੇ। ਤਾਂ ਉੱਥੇ ਨਾਨਕੇ ਪਰਿਵਾਰ ਦੇ ਵਿੱਚ ਸੁਨੇਹਾ ਭੇਜਿਆ ਗਿਆ, ਬੋਲ ਪਠੇ ਸੁਧ ਦੇਓ। ਤਾਂ ਉੱਥੇ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਨਾਨਕ ਜੀ ਦੀ ਸਗਾਈ ਹੋ ਗਈ ਹੈ। ਚਲ ਆਏ ਤਤਕਾਲ ਸੋ। ਤਾਂ ਫਿਰ ਉਹਨਾਂ ਨੂੰ ਸੁਨੇਹਾ ਲੱਗਿਆ, ਉਹ ਵੀ ਸਾਰਾ ਪਰਿਵਾਰ ਤੁਰਤੇ ਤਿਆਰ ਹੋ ਗਿਆ। ਹੁਣ ਕੌਣ ਕੌਣ ਜਾਂਦਾ ਹੈ? ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਮਠਿਆਈ ਲੈ ਕੇ ਪਹੁੰਚਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਨਕੇ ਮਾਝੇ ਦੇ ਵਿੱਚ, ਜਿੱਥੇ ਦੇ ਮਾਤਾ ਤ੍ਰਿਪਤਾ ਜੀ ਦਾ ਨਗਰ ਹੈ। ਤਾਂ ਉੱਥੇ ਪਹੁੰਚਦੇ ਨੇ ਜਾ ਕੇ ਮਠਿਆਈ ਲੈ ਕੇ ਨਾਨਕੇ ਪਰਿਵਾਰ ਨੂੰ ਸੁਨੇਹਾ ਦੇਣ ਵਾਸਤੇ। ਹਾਂਜੀ, ਨੇਗ ਆਪਨੋ ਲਿਓ। ਤਾਂ ਇਸ ਪ੍ਰਕਾਰ ਦੁਆਰੇ ਪੜੋ, ਕਿੱਥੇ ਪੜੋ? ਨੇਗ ਆਪਨੋ ਲਿਓ। ਤਾਂ ਇਸ ਪ੍ਰਕਾਰ ਸ੍ਰੀ ਨਾਨਕ ਕੇ ਨਾਨਕੇ ਬੋਲ ਪਠੇ ਸੁਧ ਦੇ। ਤਾਂ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਕੇ ਪਰਿਵਾਰ ਦੇ ਸੁਨੇਹਾ ਭੇਜਿਆ ਗਿਆ, ਚਲ ਆਏ ਤਤਕਾਲ ਸੋ ਨੇਗ ਆਪਨੋ ਲੈ। ਇਸ ਪ੍ਰਕਾਰ ਤੁਰੰਤ ਹੀ ਸਾਰਾ ਪਰਿਵਾਰ ਲਾਗ ਲੈ ਕੇ ਸੋ ਉੱਥੇ ਉਹਨਾਂ ਨੂੰ ਖੁਸ਼ੀ ਦੇਣ ਵਾਸਤੇ ਕੌਣ ਕੌਣ? ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਆਪਣੇ ਪੇਕੇ ਪਰਿਵਾਰ ਗਏ ਹਨ ਉਹਨਾਂ ਨੂੰ ਖੁਸ਼ੀ ਦੇ ਵਿੱਚ ਸੁਨੇਹਾ ਦੇਣ ਵਾਸਤੇ।
ਇਸ ਪ੍ਰਕਾਰ ਹਾਂਜੀ ਸ਼੍ਰੀ ਨਾਨਕ ਜਨਨੀ ਪਿਤਾ ਰਾਮਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਾ ਜੀ ਦਾ ਨਾਮ ਹੈ ਰਾਮਾ ਜੀ। ਹਾਂਜੀ ਮਾਤਲ ਸ੍ਰੇਸ਼ਟ ਕ੍ਰਿਸ਼ਨਾ ਨਾਮਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਾਮਾ ਜੀ ਦਾ ਨਾਮ ਹੈ ਕ੍ਰਿਸ਼ਨਾ। ਹਾਂਜੀ ਨਾਨਕ ਜਨਨੀ ਮਾਤ ਪਿਰਾਈ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਾਨੀ ਦਾ ਨਾਮ ਹੈ ਪਿਰਾਈ। ਹਾਂਜੀ ਸੁਨ ਕਰ ਸਗਨ ਭਲੇ ਤਹਿ ਆਈ। ਤਾਂ ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੋਈ, ਨਾਨਾ ਜੀ ਦੇ ਮਨ ਵਿੱਚ ਵੀ, ਮਾਮੇ ਦੇ ਮਨ ਵਿੱਚ ਵੀ, ਨਾਨੀ ਦੇ ਮਨ ਵਿੱਚ ਵੀ ਬੜੀ ਖੁਸ਼ੀ ਹੋਈ ਕਿ ਚੰਗਾ ਭਲਾ ਦਿਨ ਹੈ, ਬੜਾ ਖੁਸ਼ੀ ਦਾ ਦਿਨ ਆਇਆ ਹੈ। ਮਿਲ ਸਭ ਕੀਨਾ ਉਤਸਵ ਪੂਰੀ। ਤਾਂ ਸਾਰੇ ਪਾਸੇ ਮਿਲ ਕੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ। ਹਾਂਜੀ ਹਰਖਤ ਕਰਹਿ ਰੀਤ ਕੁਲ ਰੂਰੀ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਨਕੇ ਪਰਿਵਾਰ 'ਚ ਵੀ ਬੜੀ ਖੁਸ਼ੀ ਮਨਾਈ ਗਈ। ਮਿਲ ਸਭ ਹੰਸੋ ਬੋਲਿਓ ਕਾਲੂ। ਤਾਂ ਇਸ ਪ੍ਰਕਾਰ ਮਹਿਤਾ ਕਾਲੂ ਜੀ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਿਹਾ। ਤਜੋਂ ਬਿਲੰਬ ਹੈ ਹੋ ਤੂ ਉਤਾਲੂ। ਤਾਂ ਕਹਿਣ ਲੱਗੇ ਹੁਣ ਦੇਰੀ ਨਾ ਕਰੀਏ, ਆਪਾਂ ਛੇਤੀ ਦੇ ਕੇ ਤਿਆਰ ਹੋਵੋ, ਸਾਡੇ ਨਾਲ ਤੁਸੀਂ ਚੱਲੋ ਨਨਕਾਣਾ ਸਾਹਿਬ, ਤੇ ਨਨਕਾਣਾ ਸਾਹਿਬ ਤੋਂ ਇਕੱਠੇ ਹੋ ਕੇ ਆਪਾਂ ਚੱਲਾਂਗੇ ਸੁਲਤਾਨਪੁਰ ਲੋਧੀ, ਤੇ ਜੈ ਰਾਮ ਜੀ ਨਾਲ ਲੈ ਕੇ ਫਿਰ ਆਪਾਂ ਨੇ ਮੂਲਾ ਚੰਦ ਖੱਤਰੀ ਕੋਲੇ ਪੱਖੋ ਕੇ ਰੰਧਾਵੇ ਜਾਣਾ। ਇਸ ਤਰ੍ਹਾਂ ਕਿਹਾ। ਤਾਂ ਜਦੋਂ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਕਿਹਾ, ਹਾਂਜੀ ਚੱਲ ਕਰ ਚੌਕੜ ਖਰਚਨ ਕਰੀਏ। ਚਲੋ ਭਾਈ ਉੱਥੇ ਜਾ ਕੇ ਜੋ ਉੱਥੋਂ ਦੀ ਰਸਮ ਹੈ ਉਹ ਕਰਕੇ ਆਉਂਦੇ ਹਾਂ, ਤੁਰਨ ਪੰਥ ਵਿਖੇ ਪਗ ਧਰੀਏ। ਦੇਰੀ ਨਾ ਕਰੀਏ, ਆਪਾਂ ਛੇਤੀ ਛੇਤੀ ਚੱਲੀਏ। ਅਸ ਕਹਿ ਸਭ ਹੈ ਸੋਜ ਸੰਭਾਰੀ। ਇਸ ਪ੍ਰਕਾਰ ਨਾਨਕੇ ਪਰਿਵਾਰ ਨੇ ਵੀ ਸਾਰੀ ਸਮੱਗਰੀ ਜੋ ਖੁਸ਼ੀ ਦੇ ਮੌਕੇ ਤੇ ਇਕੱਠੀ ਕੀਤੀ ਜਾਂਦੀ ਹੈ, ਉਹ ਸਾਰੀ ਸਮੱਗਰੀ ਇਕੱਠੀ ਕੀਤੀ ਗਈ। ਰੀਖਬ ਸਖਤ ਸੋ ਜੋਰੇ ਭਾਰੀ। ਹੁਣ ਨਾਨਕੇ ਪਰਿਵਾਰਾਂ ਨੇ ਦੋ ਚੰਗੇ ਤਕੜੇ ਬਲਦਾਂ ਦਾ ਗੱਡਾ ਜੋੜਿਆ, ਸਮਾਨ ਰੱਖਿਆ, ਤੇ ਕੌਣ ਕੌਣ ਤੁਰਿਆ? ਰਾਮਾ ਨਾਨਾ ਜੀ, ਪਿਰਾਈ ਨਾਨੀ ਜੀ, ਤੇ ਕ੍ਰਿਸ਼ਨਾ ਮਾਮਾ ਜੀ ਦੋ, ਤੇ ਮਹਿਤਾ ਕਾਲੂ ਜੀ, ਤੇ ਮਾਤਾ ਤ੍ਰਿਪਤਾ ਜੀ। ਪੰਜੇ ਜਣੇ ਜਾਨੀ ਗੱਡੇ ਤੇ ਸਵਾਰ ਹੋ ਕੇ ਵਾਪਸ ਨਨਕਾਣਾ ਸਾਹਿਬ ਆ ਜਾਂਦੇ ਹਨ। ਕਾਲੂ ਲਾਲੂ ਕੀਨੀ ਤਿਆਰੀ। ਹੁਣ ਨਨਕਾਣਾ ਸਾਹਿਬ ਪਹੁੰਚ ਗਏ। ਨਨਕਾਣਾ ਸਾਹਿਬ ਆ ਕੇ ਫਿਰ ਹੁਣ ਸੁਲਤਾਨਪੁਰ ਲੋਧੀ ਜਾਣ ਦੀ ਤਿਆਰੀ ਕਰਦੇ ਨੇ, ਤੇ ਮਹਿਤਾ ਕਾਲੂ ਜੀ ਨੇ ਆ ਕੇ ਆਪਣੇ ਭਰਾ ਲਾਲੂ ਜੀ ਨੂੰ ਵੀ ਕਿਹਾ ਕਿ ਨਾਨਕ ਜੀ ਦੀ ਸਗਾਈ ਹੋ ਗਈ ਹੈ, ਤੇ ਉੱਥੇ ਹੁਣ ਜਿਹੜਾ ਹੈ ਸਗਾਈ ਦੀ ਅੱਗੇ ਲੜਕੀ ਵਾਲਿਆਂ ਦੇ ਘਰ ਜਾਣਾ ਰਸਮ ਕਰਨ, ਤੇ ਉੱਥੇ ਤਿਆਰੀ ਕਰੋ। ਇਸ ਤਰ੍ਹਾਂ ਜਿਹੜੇ ਮਹਿਤਾ ਕਾਲੂ ਜੀ ਦੇ ਭਰਾ ਹਨ ਲਾਲੂ ਜੀ, ਉਹ ਵੀ ਤਿਆਰ ਹੋ ਗਏ। ਸ਼੍ਰੀ ਨਾਨਕ ਗੁਣ ਪੰਤ ਉਚਾਰੀ। ਤਾਂ ਸਾਰੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ, ਸਾਰੇ ਸੋਭਾ ਕਰਦੇ ਨੇ। ਹਾਂਜੀ ਕਰਨ ਦਰਸ ਲਾਲਸ ਉਰ ਜਾਗੀ। ਤਾਂ ਚਾਚਾ ਲਾਲੂ ਜੀ ਪਰਿਵਾਰ ਦੇ ਸਾਗ ਸੰਬੰਧੀ ਨਾਨਾ ਮਾਮਾ ਤੇ ਨਾਨੀ ਜੀ ਸਾਰੇ ਕਹਿੰਦੇ ਨੇ ਬੜਾ ਚਿਰ ਹੋ ਗਿਆ ਨਾਨਕ ਜੀ ਨੂੰ ਮਿਲਿਆ ਨੂੰ, ਦਰਸ਼ਨ ਕਰਾਂਗੇ। ਬਹੁਤ ਉਹਨਾਂ ਦੀ ਸੋਭਾ ਸੁਣਦੇ ਆ। ਹੁਣ ਨਾਨਕੇ ਪਰਿਵਾਰ ਤੱਕ ਸੋਭਾ ਹੋਈ ਪਈ ਸੀ ਮਹਾਰਾਜ ਜੀ ਦੀ, ਤਾਂ ਸਾਰੇ ਪਾਸੇ ਸੋਭਾ ਸੀ, ਗਰੀਬ ਗਰੂਬੇ ਸਾਰੇ ਸੋਭਾ ਕਰਦੇ ਸਨ। ਨਾਨਾ ਜੀ ਬੜਾ ਖੁਸ਼ ਹੁੰਦਾ ਸੀ ਵੀ ਸਾਡੇ ਕੁਲ ਦੇ ਵਿੱਚ ਤਾਂ ਧਰਮੀ ਪੁਰਸ਼ ਆ ਗਿਆ। ਪਿੱਛੇ ਆਇਆ ਨਾ ਵੀ ਧਰਮੀ, ਸਾਰੇ ਸਾਕ ਸੰਬੰਧੀ ਖੁਸ਼ ਹੁੰਦੇ, ਸਾਰੇ ਸਾਕ ਸੰਬੰਧੀ ਖੁਸ਼ ਹੁੰਦੇ ਵੀ ਬੜੀ ਉਪਮਾ ਹੁੰਦੀ ਹੈ, ਬੜਾ ਦਇਆ ਸੁਭਾਅ ਹੈ, ਬੜਾ ਦਿਆਲੂ ਸੁਭਾਅ ਹੈ, ਕਿਰਪਾਲੂ ਹਨ, ਗਰੀਬਾਂ ਦੇ ਉੱਪਰ ਬੜੀ ਰਹਿਮ ਦਿਲ ਦਿਖਾਉਂਦੇ ਨੇ, ਸਾਰੇ ਸੀਸਾਂ ਹੀ ਸੀਸਾਂ ਦਿੰਦੇ ਨੇ। ਇਸ ਤਰ੍ਹਾਂ ਸਾਰਾ ਪਰਿਵਾਰ ਖੁਸ਼ ਸੀ ਵੀ ਜਾ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਂਗੇ। ਜਿਉ ਮਦ ਕਰ ਪੁਸ਼ ਕਰ ਅਨੁਰਾਗੀ। ਹੁਣ ਜਿਵੇਂ ਭੌਰਾ ਮਹਿਕ ਦੇ ਉੱਪਰ ਭੱਜਿਆ ਜਾਂਦਾ ਹੈ, ਇਸ ਪ੍ਰਕਾਰ ਤਮਾਮ ਸਾਕ ਸੰਬੰਧੀ ਸਾਰੇ ਰਿਸ਼ਤੇਦਾਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਤਾਵਲੇ ਹੋਏ ਪਏ ਹਨ। ਚਲੇ ਜਬ ਹੈ ਸੁਲਤਾਨਪੁਰ। ਹੁਣ ਜਦੋਂ ਸਾਰੇ 12 ਜਣੇ ਇਕੱਠੇ ਹੋ ਗਏ, ਹੁਣ 12 ਜਣੇ ਇਕੱਠੇ ਹੋ ਕੇ ਸੁਲਤਾਨਪੁਰ ਨੂੰ ਤੁਰੇ ਹਨ। ਦਵਾਦਸ਼ ਸਭ ਨਰ ਨਾਰ। ਹੁਣ ਸਾਰੇ ਨਰ ਨਾਰੀ ਮਿਲ ਕੇ ਮਾਤਾ ਤ੍ਰਿਪਤਾ ਜੀ, ਨਾਨੀ ਭਰਾਈ ਜੀ, ਚਾਚਾ ਲਾਲੂ ਜੀ, ਮਹਿਤਾ ਕਾਲੂ ਜੀ, ਮਾਮਾ ਕ੍ਰਿਸ਼ਨਾ ਜੀ, ਔਰ ਨਾਨਾ ਰਾਮਾ ਜੀ,
ਭਾਈ ਮਰਦਾਨਾ ਜੀ ਨੂੰ ਵੀ ਨਾਲ ਲੈ ਕੇ ਜਾਣਗੇ, ਹੋਰ ਸਾਖ ਸੰਬੰਧੀ ਨੇ, ਯਾਨੀ ਕੁੱਲ 12 ਜਣੇ ਨੇ। 12 ਜਣੇ ਹੁਣ ਸੁਲਤਾਨਪੁਰ ਲੋਧੀ ਨੂੰ ਤੁਰੇ ਹਨ। ਮਾਤੁਲ ਨਾਨੇ ਹਰਖ ਮਨ। ਤਾਂ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਾ ਜੀ ਔਰ ਨਾਨੀ ਬੜੇ ਖੁਸ਼ ਹਨ। ਹਾਂਜੀ, ਔਰ ਦਾਸ ਸੁਖਕਾਰ। ਤਾਂ ਨਾਲ ਦਾਸ ਹਨ, ਨੌਕਰ ਹਨ। ਭਾਈ ਮਰਦਾਨਾ ਜੀ ਜੋ ਮਹਾਰਾਜ ਜੀ ਦਾ ਮਰਾਸੀ ਸੀ, ਉਹ ਵੀ ਨਾਲ ਹੈ। ਰਾਏ ਸਦਨ ਕਾਲੂ ਤਬ ਗਇਓ। ਹੁਣ ਜਦੋਂ ਸਾਰੀ ਤਿਆਰੀ ਹੋ ਗਈ, ਤੁਰਨ ਨੂੰ ਤਿਆਰ ਹੋ ਗਏ, 12 ਦੇ 12 ਗੱਡਿਆਂ ਦੇ ਵਿੱਚ ਬੈਠ ਗਏ, ਤਾਂ ਜਾਂਦੇ ਜਾਂਦੇ ਰਾਏ ਬੁਲਾਰ ਜੀ ਨੇ, ਜਾਂਦੇ ਜਾਂਦੇ ਮਹਿਤਾ ਕਾਲੂ ਜੀ ਰਾਏ ਬੁਲਾਰ ਦੀ ਜਿਹੜੇ ਸਮਝ ਲਓ ਹਵੇਲੀ ਸੀ, ਘਰ ਕਹਿ ਲਓ, ਉਹਦੇ ਮੂਹਰੇ ਰੋਕ ਕੇ ਗੱਡੇ ਜਾ ਕੇ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਜੀ ਦੇ ਘਰ ਜਾ ਕੇ ਫਤਿਹ ਬੁਲਾਈ। ਰਾਏ ਬੁਲਾਰ ਜੀ ਨੂੰ ਜਾ ਕੇ ਲੱਗੇ ਕਹਿਣ, ਨਿਕਟ ਜਾਏ ਉਚਰਤ ਬਚ ਪਾਇਓ। ਇਸ ਤਰ੍ਹਾਂ ਰਾਏ ਬੁਲਾਰ ਜੀ ਦੇ ਨੇੜੇ ਜਾ ਕੇ ਇਸ ਤਰ੍ਹਾਂ ਬਚਨ ਕਹੇ, ਮੋਸੁਤ ਨਾਨਕ ਦਾਸ ਤੁਮਾਰਾ। ਕਹਿਣ ਲੱਗੇ, ਹੁਣ ਇੱਥੇ ਬੜੀ ਧਿਆਨ ਨਾਲ ਸੁਣਨ ਵਾਲੀ ਸਾਖੀ ਹੈ। ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਜੀ ਦੇ ਕੋਲੇ ਜਾ ਕੇ ਫਤਿਹ ਬੁਲਾ ਕੇ ਨਾ ਇਸ ਤਰ੍ਹਾਂ ਕਿਹਾ, ਕਹਿਣ ਲੱਗੇ, ਮਹਿਤਾ ਕਾਲੂ ਜੀ, ਰਾਏ ਬੁਲਾਰ ਜੀ, ਮੇਰਾ ਜੋ ਪੁੱਤਰ ਹੈ ਤੁਹਾਡਾ ਸੇਵਕ, ਇਸ ਤਰ੍ਹਾਂ ਬਚਨ ਕਹੇ, ਮੇਰਾ ਜੋ ਪੁੱਤਰ ਹੈ, ਹੇ ਰਾਏ ਬੁਲਾਰ ਜੀ, ਤੁਹਾਡਾ ਜੋ ਸੇਵਕ ਹੈ ਨਾਨਕ ਜੀ, ਉਹਦੀ ਸਗਾਈ ਹੋ ਗਈ ਹੈ ਔਰ ਅਸੀਂ ਸਾਰੇ ਕੋੜਮਾ ਇਕੱਠਾ ਹੋ ਕੇ ਸੁਲਤਾਨਪੁਰ ਲੋਧੀ ਜਾ ਰਹੇ ਹਾਂ। ਮੈਂ ਆਪ ਜੀ ਤੋਂ ਛੁੱਟੀ ਲੈਣ ਵਾਸਤੇ ਆਇਆ। ਜਦੋਂ ਇਸ ਤਰ੍ਹਾਂ ਰਾਏ ਬੁਲਾਰ ਨੂੰ ਮਹਿਤਾ ਕਾਲੂ ਜੀ ਨੇ ਕਿਹਾ, ਤੁਹਾਡਾ ਸੇਵਕ, ਇਸ ਤਰ੍ਹਾਂ ਕਹਿ ਦਿੱਤਾ। ਹਾਂਜੀ, ਪਈ ਸਗਾਈ ਮੁਝ ਹੈ ਹਕਾਰਾ। ਕਹਿਣ ਲੱਗੇ, ਨਾਨਕ ਜੀ ਦੀ ਸਗਾਈ ਹੋ ਗਈ ਹੈ ਅਤੇ ਇਸ ਕਰਕੇ ਮੈਨੂੰ ਉੱਥੇ ਬੁਲਾਇਆ ਸੁਲਤਾਨਪੁਰ ਲੋਧੀ, ਅਸੀਂ ਸਾਰਾ ਪਰਿਵਾਰ ਜਾ ਰਹੇ ਹਾਂ। ਤਹਿ ਚੌਕੜ ਖਰਚਨ ਹਮ ਜਾਵਵੇ। ਤਾਂ ਕੋਈ ਉੱਥੇ ਬਿਹਾਰ ਹਨ ਜਿਹੜੇ ਉਹ ਕਰਨੇ ਨੇ ਜਾ ਕੇ। ਇਸ ਤਰ੍ਹਾਂ ਮਹਿਤਾ ਕਾਲੂ ਜੀ ਕਹਿਣ ਲੱਗੇ ਰਾਏ ਬੁਲਾਰ ਨੂੰ, ਜੇ ਆਏ ਸਭ ਤੁਮਰੀ ਪਾਵ ਹੈ। ਮੈਂ ਤਾਂ ਆਪ ਜੀ ਦੀ ਆਗਿਆ ਲੈਣ ਵਾਸਤੇ ਆਇਆ, ਤੁਸੀਂ ਮੈਨੂੰ ਆਗਿਆ ਦੇ ਦਿਓਗੇ ਤਾਂ ਮੈਂ ਉੱਥੇ ਜਾ ਕੇ ਜੋ ਸਗਨ ਹਨ ਉਹ ਜਾ ਕੇ ਅਸੀਂ ਕਰ ਲਵਾਂਗੇ। ਸੁਨ ਕਾਲੂ ਬਚ ਬੋਲਿਓ ਰਾਉ। ਤਾਂ ਮੈਂ ਰਾਏ ਬੁਲਾਰ ਜੀ ਉਸ ਵੇਲੇ ਥੋੜਾ ਗੁੱਸੇ ਦੇ ਵਿੱਚ ਬੋਲੇ। ਗੁੱਸਾ ਕਰਨ ਦਾ ਕਾਰਨ ਕੀ ਹੈ, ਧਿਆਨ ਦੇ ਕੇ ਸਾਖੀ ਸੁਣੋ। ਰਾਏ ਬੁਲਾਰ ਜੀ ਬੜੇ ਗੁੱਸੇ ਦੇ ਵਿੱਚ ਬੋਲੇ ਮਹਿਤਾ ਕਾਲੂ ਜੀ ਨੂੰ। ਹਾਂਜੀ, ਅਸ ਬਿਦਨ ਹੈ ਕਹੋ ਬੈਨ ਵੀ ਜਾਊ। ਇਹ ਮਹਿਤਾ ਜੀ ਤੁਸੀਂ ਇਹ ਕੀ ਗੱਲ ਕਹੀ, ਐਸਾ ਵਚਨ ਮੁੜ ਕੇ ਨਾ ਕਹਿਣਾ। ਮਹਿਤਾ ਕਾਲੂ ਜੀ ਹੱਥ ਜੋੜ ਕੇ ਖੜ ਗਏ ਵੀ ਗੁੱਸੇ ਦੇ ਵਿੱਚ ਰਾਏ ਬੁਲਾਰ ਆਖਰਕਾਰ ਰਾਜਾ ਸੀ। ਰਾਏ ਬੁਲਾਰ ਜੀ ਗੁੱਸੇ ਦੇ ਵਿੱਚ ਕਹਿਣ ਲੱਗੇ, ਮਹਿਤਾ ਜੀ ਇਹ ਕੀ ਤੁਸੀਂ ਬਚਨ ਭਾਖੇ ਹਨ। ਹਾਂਜੀ, ਪੜੋ। ਨਾਨਕ ਹਮਰਾ ਸੁਆਮੀ ਜਾਨੋ। ਰਾਏ ਬੁਲਾਰ ਜੀ ਕਹਿੰਦੇ, ਨਾਨਕ ਜੀ ਮੇਰਾ ਸੁਆਮੀ ਹੈ, ਮੇਰਾ ਮਾਲਕ ਹੈ, ਮੇਰਾ ਪਰਮੇਸ਼ਰ ਹੈ, ਤੁਸੀਂ ਇਉਂ ਕਿਉਂ ਕਿਹਾ ਕਿ ਨਾਨਕ ਤੁਹਾਡਾ ਸੇਵਕ ਹੈ। ਰਾਏ ਬੁਲਾਰ ਜੀ ਇਸ ਤਰ੍ਹਾਂ ਕਹਿੰਦੇ ਨੇ, ਦੇਖੋ ਕਿੰਨੀ ਸ਼ਰਧਾ ਵਿਸ਼ਵਾਸ ਹੈ ਰਾਏ ਬੁਲਾਰ। ਹੇ ਮਹਿਤਾ ਕਾਲੂ ਜੀ, ਤੁਸੀਂ ਇਉਂ ਕਿਉਂ ਕਿਹਾ ਕਿ ਤੁਹਾਡੇ ਸੇਵਕ, ਤੁਹਾਡੇ ਸੇਵਾਦਾਰ ਨਾਨਕ ਜੀ ਦਾ ਰਿਸ਼ਤਾ ਕੀਤਾ ਹੈ। ਨਾਨਕ ਜੀ ਮੇਰਾ ਮਾਲਕ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਮਾਲਕ ਹਨ, ਮੇਰਾ ਪਰਮੇਸ਼ਰ ਹੈ, ਮੇਰਾ ਰੱਬ ਹੈ, ਮੇਰਾ ਖੁਦ ਹੈ। ਰਾਏ ਬੁਲਾਰ ਜੀ ਕਹਿਣ ਲੱਗਿਆ, ਮੁੜ ਕੇ ਨਾ ਗੱਲ ਭਾਖੀ ਕਦੇ ਮੇਰੇ ਸਾਹਮਣੇ, ਇਹ ਤਾਂ ਬੜੀ ਗੱਲ ਠੀਕ ਨਹੀਂ ਕੀਤੀ। ਇਸ ਤਰ੍ਹਾਂ ਲੱਗੇ ਕਹਿਣ। ਹਾਂਜੀ, ਹੌਕਿੰਗ ਕਰਕੇ ਥਾਨ ਪਰਮਾਨੋ। ਕਹਿਣ ਲੱਗੇ, ਉਹ ਮੇਰੇ ਮਾਲਕ ਹਨ, ਮੇਰੇ ਪ੍ਰਾਣਾਂ ਦੇ ਮਾਲਕ ਹਨ, ਤੂੰ ਕਿਉਂ ਇਸ ਤਰ੍ਹਾਂ ਕਿਹਾ। ਕਰੁਣਾ ਕਰੇ ਜੇ ਨਾਨਕ ਮੋਹ ਪਰ। ਕਹਿਣ ਲੱਗੇ, ਮੇਰੇ ਵਰਗੇ ਤਾਂ ਉਹਨਾਂ ਦੇ ਹਜ਼ਾਰਾਂ ਹੀ ਸੇਵਾਦਾਰ ਹਨ। ਮੈਂ ਤਾਂ ਹਮੇਸ਼ਾ ਆਪਣੇ ਮਨ ਵਿੱਚ ਉਹਨਾਂ ਪ੍ਰਤੀ ਸ਼ਰਧਾ ਭਾਵਨਾ ਧਾਰਨ ਕਰਕੇ ਰੱਖਦਾ ਕਿ ਤਾਂ ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੇਰੇ ਤੇ ਕਿਰਪਾ ਕਰ ਦੇਣ, ਕਰੁਣਾ ਕਰ, ਜੇ ਮੇਰੇ ਉੱਪਰ ਆਪਣੀ ਮਿਹਰ ਦੀ ਨਜ਼ਰ ਪਾ ਦੇਣ। ਇਸ ਤਰ੍ਹਾਂ ਲੱਗੇ ਕਹਿਣ, ਯਹੀ ਮਨੀਖਾ ਮਨ ਮੈਂ ਹੋ ਥਿਰ। ਬਸ ਮੇਰੇ ਤਾਂ ਦਿਲ ਦੀ ਇਹ ਚਾਹਨਾ ਵੀ ਮੇਰੇ ਉੱਪਰ ਆਪਣੀ ਮਿਹਰ ਬਣਾਈ ਰੱਖਣ, ਮੇਰੇ ਉੱਪਰ ਕਿਰਪਾ ਕਰਦੇ ਰਹਿਣ। ਹਾਂਜੀ, ਬਚਨ ਉਚਾਰਹੁ ਬਹੁਰ ਨ ਐਸੇ। ਮੁੜ ਕੇ ਮਹਿਤਾ ਕਾਲੂ ਜੀ ਇਹ ਗੱਲ ਨਾ ਆਖੀ।
ਐਸਾ ਬਚਨ ਨਾ ਮੁੜ ਕੇ ਆਖੀ। ਹਾਂਜੀ, ਹਵੈ ਅਨਜਾਨ ਕਹੇ ਅਬ ਜੈਸੇ। ਤੂੰ ਬੜੀ ਇਹ ਗੱਲ ਅਯੋਗ ਗੱਲ ਕੀਤੀ ਹੈ, ਸਹੀ ਗੱਲ ਨਹੀਂ ਕੀਤੀ। ਇਸ ਤਰ੍ਹਾਂ ਲੱਗੇ ਕਹਿਣ, ਮਹਿਮਾ ਲਖਤ ਨ ਨਿਜ ਸੁਤ ਜਾਣੈ। ਤਾਂ ਕਹਿਣ ਲੱਗੇ ਤੁਹਾਡਾ ਜਿਹੜਾ ਪੁੱਤਰ ਹੈ ਨਾਨਕ ਜੀ, ਉਹਦੀ ਮਹਿਮਾ ਨਹੀਂ ਤੁਸੀਂ ਜਾਣ ਸਕਦੇ, ਤੁਸੀਂ ਉਹਨਾਂ ਨੂੰ ਜਾਣ ਨਹੀਂ ਸਕਦੇ। ਇਸ ਤਰ੍ਹਾਂ ਲੱਗੇ ਕਹਿਣ, ਤੀਨ ਲੋਕ ਜਿਸ ਆਏ ਸਮਾਨੈ। ਕਹਿਣ ਲੱਗੇ ਤਿੰਨ ਲੋਕ 14 ਭਵਨ ਨੂੰ ਸਾਰੇ ਦੇਵੀ ਦੇਵਤੇ ਪੀਰ ਪਕੰਬਰ ਸੇਖ ਮਸਾਇਕ ਔਲੀਏ ਨਾਨਕ ਜੀ ਨੂੰ ਪੂਜਦੇ ਹਨ। ਉਹ ਤਿੰਨਾਂ ਲੋਕਾਂ 14 ਭਵਨਾਂ ਦਾ ਮਾਲਕ ਹੈ, ਤੇ ਮੈਂ ਤਾਂ ਇੱਕ ਛੋਟੇ ਜਿਹੇ ਪਿੰਡਾਂ ਦਾ ਇੱਕ ਛੋਟਾ ਜਿਹਾ ਰਾਜਾ ਹਾਂ। ਦੱਸੋ ਤੁਸੀਂ ਇਵੇਂ ਕਿਵੇਂ ਕਹਿ ਦਿੱਤਾ ਵੀ ਉਹ ਤੁਹਾਡਾ ਸੇਵਾਦਾਰ ਹੈ? ਤੁਹਾਨੂੰ ਉਹਨਾਂ ਤੇ ਸ਼ਰਧਾ ਨਹੀਂ ਵੀ ਉਹ ਕੌਣ ਹਨ। ਇਸ ਤਰ੍ਹਾਂ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਲੱਗਿਆ ਕਹਿਣ, ਜਾਹੋ ਅਬੈ ਸੁਲਤਾਨਪੁਰ। ਕਹਿਣ ਲੱਗੇ ਹੁਣ ਜਾਓ, ਅੱਗੋਂ ਐਸੀ ਗੱਲ ਨਾ ਕਰੋ, ਜਾਓ ਖੁਸ਼ੀ ਖੁਸ਼ੀ। ਕਹਿਣ ਲੱਗੇ ਸਾਰੇ ਕਾਰਜ ਕਰੋ ਜਿਵੇਂ ਕਹਿੰਦੇ ਤੁਹਾਡੇ ਕੁਲ ਦੇ ਮੁਤਾਬਕ ਹਨ। ਚੌਕੜ ਖਰਚ ਹੋ ਜੋਏ। ਵੱਧ ਚੜ ਕੇ ਖੁਸ਼ੀਆਂ ਮਨਾਵੋ। ਇਸ ਤਰ੍ਹਾਂ ਕਿਹਾ ਰਾਏ ਬੁਲਾਰ ਜੀ ਨੇ। ਮਿਲ ਸ਼੍ਰੀ ਨਾਨਕ ਸੰਗ ਤੁਮ। ਤਾਂ ਕਹਿਣ ਲੱਗੇ ਪਰ ਮੇਰੀ ਇੱਕ ਗੱਲ ਯਾਦ ਰੱਖਣਾ। ਰਾਏ ਬੁਲਾਰ ਜੀ ਕਹਿੰਦੇ ਮਹਿਤਾ ਕਾਲੂ ਜੀ ਨੇ, ਮੇਰੀ ਇੱਕ ਗੱਲ ਯਾਦ ਰੱਖਣਾ, ਉੱਥੇ ਜਾ ਕੇ ਸੁਲਤਾਨਪੁਰ ਲੋਧੀ ਜਾ ਕੇ ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਮਿਲੋ, ਹਾਂਜੀ, ਨਹਿੰਦਰ ਬਾਗ ਬਗੋਏ। ਦੇਖੀ ਕੋਈ ਖੋਟਾ ਬਚਨ ਨਾ ਬੋਲੀ ਉੱਥੇ ਜਾ ਕੇ। ਮਤਾ ਕੋਈ ਉੱਥੇ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਐਸੀ ਕੋਈ ਗੱਲ ਕਰ ਬੈਠੇ, ਕਿਉਂ ਸੁਭਾਅ ਤੋਂ ਜਾਣੂ ਸਨ ਰਾਏ ਬੁਲਾਰ ਜੀ। ਮਹਿਤਾ ਕਾਲੂ ਜੀ ਦੇ ਸੁਭਾਅ ਤੋਂ ਜਾਣੂ ਸਨ ਬਈ ਇਹ ਮਿੰਟ ਦੇ ਵਿੱਚ ਹੀ ਸੁਭਾਅ ਜਿਹੜਾ ਹੈ ਇਹਨਾਂ ਦਾ ਤਲਕ ਹੈ, ਤੇ ਫਿਰ ਜੋ ਮੂੰਹ ਦੇ ਵਿੱਚ ਗੱਲ ਆਉਂਦੀ ਹੈ ਉਸ ਤਰ੍ਹਾਂ ਦੇ ਬਚਨ ਬੋਲ ਦਿੰਦੇ ਨੇ। ਇਸ ਤਰ੍ਹਾਂ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਉੱਥੇ ਜਾ ਕੇ ਮਤਾ ਕੋਈ ਨਾਨਕ ਜੀ ਨੂੰ ਕੋਈ ਕਬੂਲ ਬੋਲੋ, ਕੋਈ ਐਸਾ ਬਚਨ ਨਾ ਕਰਨਾ ਜੋ ਸਾਰੇ ਖੁਸ਼ੀ ਦੇ ਮਾਹੌਲ ਨੂੰ ਖਰਾਬ ਕਰ ਦੇਵੇ। ਇਸ ਤਰ੍ਹਾਂ ਰਾਏ ਬੁਲਾਰ ਜੀ ਲੱਗਿਆ ਕਹਿਣ, ਸੁਨ ਕਰ ਕਾਲੂ ਗਿਰਾ ਲਾਈ। ਹੱਥ ਜੋੜ ਕੇ ਮਹਿਤਾ ਕਾਲੂ ਜੀ ਲੱਗੇ ਕਹਿਣ, ਹੇ ਰਾਏ ਬੁਲਾਰ ਜੀ, ਉਰ ਸੰਦੇਹ ਨਾ ਪਾਵਹੁ ਰਾਈ। ਕਹਿਣ ਲੱਗੇ ਮਨ ਵਿੱਚ ਰੱਤੀ ਭਰ ਵੀ ਕੋਈ ਸਨੇਹ ਨਾ ਕਰੋ, ਮਨ ਵਿੱਚ ਕੋਈ ਡਰ ਨਾ ਧਾਰਨ ਕਰੋ, ਮੈਂ ਕੋਈ ਕਾਰਜ ਨਹੀਂ ਵਿਗਾੜਾਂਗਾ। ਭਲੇ ਬਚਨ ਅਬ ਭਾਖਨ ਕੀਜੈ। ਹਾਂ, ਕਹਿਣ ਲੱਗੇ ਬਸ ਆਪ ਜੀ ਕਿਰਪਾ ਕਰੋ, ਸਭ ਚੰਗਾ ਹੀ ਚੰਗਾ ਹੋਵੇਗਾ, ਕਿਉਂ ਵਿਗਾੜ ਕਿਉਂ ਹੋਵੇਗਾ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਕਿਹਾ, ਕੁਸ਼ਲ ਛੜੇਗੀ ਆਇਸ ਕੀਤੀ ਜੈ। ਆਗਿਆ ਦੇਵੋ, ਅਸੀਂ ਖੁਸ਼ੀ ਖੁਸ਼ੀ ਜਾ ਕੇ ਉੱਥੇ ਜਿਹੜੇ ਹਾਂ ਕਾਰਜ ਕਰੀਏ। ਹੈ ਕਾਲੂ ਤੂੰ ਬੋਲ ਬਿਗਾਰਾ। ਫੇਰ ਕਹਿਣ ਲੱਗੇ ਰਾਏ ਬੁਲਾਰ ਜੀ, ਮਹਿਤਾ ਕਾਲੂ, ਇਹ ਮਹਿਤਾ ਕਾਲੂ ਜੀ ਤੁਹਾਡਾ ਸੁਭਾਅ ਜਿਹੜਾ ਨਾ ਕ੍ਰੋਧੀ ਸੁਭਾਅ ਹੈ, ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਗੱਲ ਗੱਲ ਦੇ ਵਿੱਚ ਝਗੜਾ ਕਰ ਬੈਠਦੇ ਹੋ, ਇਹ ਤੁਹਾਡਾ ਸੁਭਾਅ ਹੈ। ਇਸ ਤਰ੍ਹਾਂ ਰਾਏ ਬੁਲਾਰ ਜੀ ਫਿਰ ਕਹਿੰਦੇ ਹਨ, ਜਾਂ ਤੇ ਵਰਜਨ ਬਚਨ ਉਚਾਰਾ। ਇਸ ਕਰਕੇ ਅਸੀਂ ਤੁਹਾਨੂੰ ਵਰਜ ਰਹੇ ਹਾਂ। ਇਹਾਂ ਰਹਿਤ ਜਬ ਕਰਤ ਲੜਾਈ। ਮੈਂ ਸਾਹਮਣੇ ਦੇਖਦੇ ਰਿਹਾ, ਤੁਸੀਂ ਇੱਥੇ ਨਾਨਕ ਜੀ ਨਾਲ ਝਗੜਾ ਕਰਦੇ ਰਹੇ ਹੋ। ਇਸ ਤਰ੍ਹਾਂ ਰਾਏ ਬੁਲਾਰ ਜੀ ਲੱਗਿਆ ਕਹਿਣ, ਤਹ ਨਹਿ ਕਹੀਏ ਬੈਨ ਬਿਜਾਈ। ਤਾਂ ਇਸ ਕਰਕੇ ਮੈਂ ਤੁਹਾਨੂੰ ਸਮਝਾ ਰਿਹਾ ਵੀ ਉੱਥੇ ਜਾ ਕੇ ਕੋਈ ਐਸੀ ਗੱਲ ਨਾ ਕਰਿਓ। ਇਸ ਤਰ੍ਹਾਂ ਲੱਗੇ ਰਾਏ ਬੁਲਾਰ ਜੀ ਕਹਿਣ, ਸੁਨਹੁ ਰਾਏ ਜੀ ਸ਼ੁਭ ਮਤਦਾਨੀ। ਤਾਂ ਫਿਰ ਮਹਿਤਾ ਕਾਲੂ ਜੀ ਕਹਿੰਦੇ, ਹੇ ਰਾਏ ਜੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਤੁਮ ਪਰਮੇਸ਼ਰ ਕੇ ਅਸਥਾਨੀ। ਹੁਣ ਮਹਿਤਾ ਕਾਲੂ ਜੀ ਫੇਰ ਕਹਿੰਦੇ ਨੇ, ਰਾਏ ਜੀ ਤੁਹਾਨੂੰ ਮੈਂ ਰੱਬ ਦੇ ਸਮਾਨ ਸਮਝਦਾ। ਮਹਿਤਾ ਕਾਲੂ ਜੀ ਕਹਿੰਦੇ, ਮੈਂ ਤੁਹਾਨੂੰ ਪਰਮੇਸ਼ਰ ਵਾਂਗੂ ਪੂਜਦਾ, ਰੱਬ ਦੇ ਸਮਾਨ ਸਮਝਦਾ। ਤੁਸੀਂ ਜੋ ਵੀ ਕਹਿੰਦੇ ਹੋ ਮੇਰੇ ਭਲੇ ਵਾਸਤੇ ਕਹਿੰਦੇ ਹੋ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਕਿਹਾ ਰਾਏ ਬੁਲਾਰ ਨੂੰ, ਇਕ ਸੁਤ ਹਮਰੇ ਨਾਨਕ ਪਿਆਰੋ। ਮੈਂ ਕਿਉਂ ਵਿਗਾੜਾਂਗਾ ਕਾਰਜ, ਇੱਕੋ ਇੱਕ ਮੇਰੇ ਕੋਲੇ ਪੁੱਤਰ ਹੈ ਨਾਨਕ ਜੀ। ਇਸ ਤਰ੍ਹਾਂ ਲੱਗੇ ਕਹਿਣ, ਮਹਿਤਾ ਕਾਲੂ ਜੀ ਮਿਲਤ ਹੈ ਕਿ ਉਹ ਦਰਬਾਕ ਉਚਾਰੋ। ਦੱਸੋ ਮੇਰੇ ਕੋਲ ਇੱਕੋ ਇੱਕ ਪੁੱਤਰ ਹੈ, ਖੁਸ਼ੀ ਦਾ ਮਾਹੌਲ ਹੈ, ਮੈਂ ਕਿਉਂ ਕਾਰਜ ਵਿਗਾੜਾਂਗਾ, ਕਿਉਂ ਕਬੂਲ ਬੋਲਾਂਗਾ, ਕਿਉਂ ਭੈੜੇ ਬੋਲ ਬੋਲਾਂਗਾ। ਹਾਂਜੀ, ਰਾਏ ਕਹੇ ਕਰ ਕਾਰਜ ਜਾਏ। ਜਾ ਭਾਈ ਮਹਿਤਾ ਕਾਲੂ ਜੀ ਖੁਸ਼ੀ ਖੁਸ਼ੀ ਜਾ ਕੇ ਸਾਰੇ ਕਾਰਜ ਕਰੋ। ਇਸ ਤਰ੍ਹਾਂ ਰਾਏ ਬੁਲਾਰ ਜੀ ਲੱਗੇ ਕਹਿਣ, ਕਰਹਿ ਤੁਮਰੋ ਭਲੋ ਖੁਦਾਏ। ਖੁਦਾ ਤੇਰਾ ਭਲਾ ਕਰੇ। ਇਸ ਤਰ੍ਹਾਂ ਰਾਏ ਜੀ ਨੇ ਸੀਸ ਦਿੱਤੀ। ਮੁਝ ਦਿਸ ਤੇ ਕਰ ਅਧਿਕ ਸੁਨੇਹਾ। ਹੁਣ ਰਾਏ ਬੁਲਾਰ ਜੀ ਨੇ ਕਹਿਣ ਲੱਗੇ,
हे ਮਹਿਤਾ ਕਾਲੂ ਜੀ, ਮੇਰੇ ਵੱਲੋਂ ਨਾਨਕ ਜੀ ਨੂੰ ਨਮਸਕਾਰ ਕਰਨਾ। ਹੁਣ ਇੱਥੇ ਵੀ ਬਹੁਤ ਧਿਆਨ ਦੇ ਕੇ ਗੱਲ ਸੁਣਨ ਵਾਲੀ ਹੈ। ਸਾਕ ਸੰਬੰਧੀ ਜਾਣਗੇ, ਕੁਟੰਬੀ ਜਾਣਗੇ, ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣਗੇ, ਕਿਸੇ ਦੀ ਫਿਕਰ ਨਹੀਂ ਹੋਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਜਿਹੜਾ ਸੁਨੇਹਾ ਰਾਏ ਬੁਲਾਰ ਜੀ ਹੁਣ ਦੇਣ ਲੱਗੇ ਨੇ, ਇਹ ਸੁਨੇਹੇ ਦੀ ਇੰਨੀ ਫਿਕਰ ਹੈ, ਮੋਦੀ ਖਾਨਾ ਇਹ ਤਾਂ ਛੱਡ ਕੇ ਪਿਤਾ ਜੀ ਕੋਲੇ ਆ ਕੇ ਪੁੱਛਣਗੇ ਰਾਏ ਜੀ ਨੇ ਕੋਈ ਸੁਨੇਹਾ ਤਾਂ ਨਹੀਂ ਭੇਜਿਆ। ਦੇਖੋ ਪ੍ਰੇਮ। ਹੁਣ ਰਾਏ ਬੁਲਾਰ ਜੀ ਇੱਕ ਪ੍ਰੇਮ ਦਾ ਸੁਨੇਹਾ ਲੱਗੇ ਨੇ ਦੇਣ। ਕਹਿਣ ਲੱਗੇ, ਹੇ ਮਹਿਤਾ ਕਾਲੂ ਜੀ, ਮੇਰੇ ਵੱਲੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕੀ, ਫਤਿਹ ਬੁਲਾਈ। ਕਹਿਣਾ ਕਿ ਰਾਏ ਬੁਲਾਰ ਜੀ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਦਿਲੋਂ ਹਰ ਵੇਲੇ ਤੁਹਾਨੂੰ ਯਾਦ ਕਰਦਾ ਰਹਿੰਦਾ ਹੈ। ਇਹ ਮੇਰਾ ਸੁਨੇਹਾ ਦੇਣਾ ਜਾ ਕੇ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਸੁਨੇਹਾ ਦਿੱਤਾ। ਹਾਂਜੀ, ਪਰਸੋਂ ਪਦ ਅਨਕੰਪਾ ਗਿਆ, ਮੇਰੇ ਵੱਲੋਂ ਮਹਿਤਾ ਕਾਲੂ ਜੀ ਉਹਨਾਂ ਦੇ ਚਰਨਾਂ ਤੇ ਹੱਥ ਲਾ ਕੇ ਨਮਸਕਾਰ ਕਰਨੀ, ਕਨੀ ਬੰਦਗੀ ਕੀਜੀਏ, ਹੱਥ ਜੋੜ ਕੇ ਸੀਸ ਨਿਭਾ ਕੇ ਮੇਰੀ ਨਮਸਕਾਰ ਕਰਨੀ। ਕਮਲ ਨੈਣ ਟਿਕ ਜਾਏ, ਤਾਂ ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਇਸ ਤਰ੍ਹਾਂ ਮੇਰੇ ਵੱਲੋਂ ਨਮਸਕਾਰ ਕਰਨੀ। ਕਰ ਬੰਧਨ ਕਾਲੂ ਚਲਿਓ। ਫਿਰ ਕਹਿਣ ਲੱਗੇ ਜੀ ਠੀਕ ਹੈ। ਇਹ ਸੁਨੇਹਾ ਲੈ ਕੇ ਰਾਏ ਬੁਲਾਰ ਜੀ ਦਾ ਪ੍ਰੇਮ ਦਾ ਭਰਿਆ ਸੁਨੇਹਾ ਲੈ ਕੇ ਮਹਿਤਾ ਕਾਲੂ ਜੀ ਤੁਰ ਪਏ। ਮਾਨੀ ਰਾਏ ਰਜਾਏ, ਜਿਵੇਂ ਰਾਏ ਬੁਲਾਰ ਨੇ ਕਿਹਾ ਸੀ ਉਹ ਗੱਲ ਨੂੰ ਮੰਨ ਕੇ ਮਹਿਤਾ ਕਾਲੂ ਜੀ ਤੁਰ ਪਏ। ਸਗਟੇ ਪਰ ਰੁੰਡ ਤਬ ਹੋਏ, ਤਾਂ ਹੌਲੇ ਹੌਲੇ ਸਾਰੇ ਗੱਡਿਆਂ ਤੇ ਸਵਾਰ ਹੋ ਕੇ ਸੁਲਤਾਨਪੁਰ ਲੋਧੀ ਵੱਲ ਤੁਰ ਪਏ। ਚਲਦ ਪਏ ਸਭ ਸ਼ੌਂਕ ਬਿਗੋਏ, ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਨਾਲ ਸਨ। ਖੁਸ਼ੀ ਖੁਸ਼ੀ ਦੇ ਵਿੱਚ ਗੱਲਾਂ ਕਰਦੇ ਹੋਏ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਜਾਂਦੇ ਨੇ। ਚੰਗਾ ਭਾਈ, ਕਹਿਣ ਲੱਗੇ ਮਹਿਤਾ ਕਾਲੂ ਜੀ ਕਹਿੰਦੇ, ਦੇਖੋ ਹੁਣ ਕੰਮ ਲੱਗ ਗਏ ਮੋਦੀ ਖਾਨੇ ਦੇ ਵਿੱਚ ਕਾਰ ਕਰਨ, ਸਗਾਈ ਵੀ ਹੋ ਗਈ ਹੈ। ਸਾਰੇ ਰਿਸ਼ਤੇਦਾਰ ਕਹਿੰਦੇ ਤੁਸੀਂ ਤਾਂ ਐਵੇਂ ਕਾਲੇ ਪਈ ਜਾਂਦੇ ਸੀ, ਦੇਖੋ ਨਾ ਹੁਣ ਕੰਮ ਵੀ ਲੱਗ ਪਏ ਕਰਨ, ਵਿਆਹ ਵੀ ਹੋ ਗਿਆ, ਵਿਆਹ ਵੀ ਹੋ ਜਾਊਗਾ, ਹੁਣ ਮੰਗਣਾ ਤਾਂ ਹੋ ਗਿਆ। ਤਾਂ ਕਹਿਣ ਲੱਗੇ ਤੁਸੀਂ ਐਵੇਂ ਹੀ ਗੁਰੂ ਨਾਨਕ ਜੀ ਨੂੰ ਭਲਾ ਬੁਰਾ ਬੋਲਦੇ ਸੀ। ਮਹਿਤਾ ਕਾਲੂ ਜੀ ਨੂੰ ਇਸ ਤਰ੍ਹਾਂ ਗੱਲਾਂ ਕਰਦੇ ਜਾਂਦੇ ਨੇ ਸਾਰੇ ਸਾਖ ਸੰਬੰਧੀ। ਹੁਣ ਇਸ ਪ੍ਰਕਾਰ, ਹਾਂਜੀ, ਸੁਤ ਕੀ ਪ੍ਰੀਤ ਬਦੇ ਸੰਗ ਡੋਰੀ, ਹਾਂ, ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਆਪਣੇ ਪੁੱਤਰ ਦੇ ਪ੍ਰਤੀ ਇਸ ਤਰ੍ਹਾਂ ਗੱਲਾਂ ਸੁਣ ਸੁਣ ਕੇ ਪ੍ਰੇਮ ਵੱਧਦਾ ਜਾਂਦਾ ਵੀ ਕੰਮ ਵੀ ਲੱਗ ਪਏ ਕਰਨ ਤੇ ਹੁਣ ਸਗਾਈ ਵੀ ਹੋ ਗਈ। ਇਸ ਤਰ੍ਹਾਂ ਕਰਕੇ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਪ੍ਰੇਮ ਵੱਧਦਾ ਜਾਂਦਾ ਹੈ। ਮਨਹੁ ਮੀਨ ਕਰਖੇ ਕਰ ਜੋਰੀ, ਇਸ ਪ੍ਰਕਾਰ ਸਾਰੇ ਪ੍ਰੇਮ ਦੇ ਵੱਧੇ ਹੋਏ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਹਨ। ਖਰਚ ਸਮਾਜ ਲੀਨ ਵਿਦਨਾਨਾ, ਇਸ ਪ੍ਰਕਾਰ, ਹਾਂਜੀ, ਪੜ ਦੁਆਰੇ। ਖਰਚ ਸਮਾਜ ਲੀਨ ਵਿਦਨਾਨਾ, ਹੁਣ ਕਈ ਪ੍ਰਕਾਰ ਦਾ ਸਾਜੋ ਸਮਾਨ, ਮਠਿਆਈ, ਫਲ ਫਰੂਟ ਲੈ ਕੇ, ਹਾਂਜੀ, ਦੀਨ ਪ੍ਰਤੀ ਅਦ ਕਹਿ ਕਿਨ ਪਿਆਨਾ, ਤਾਂ ਇਸ ਪ੍ਰਕਾਰ ਸਫ਼ਰ ਕਰ ਰਹੇ ਹਨ, ਸੁਲਤਾਨਪੁਰ ਲੋਧੀ ਦੇ ਵੱਲ ਨੂੰ ਜਾ ਰਹੇ ਹਨ। ਕਰ ਕੋ ਡੂਮ ਸੰਗ ਮਰਦਾਨਾ, ਨਾਲ ਕੌਣ ਹੈ? ਹੁਣ ਪਹਿਲੀ ਵਾਰ ਮਿਲਾਪ ਹੋਣ ਲੱਗਿਆ ਇੱਥੇ, ਯਾਨੀ ਕਿ ਮਰਦਾਨਾ ਜੀ ਉਂਝ ਤਾਂ ਵਿਚਰਦੇ ਰਹਿੰਦੇ ਸਨ, ਪਰ ਸਾਖੀ ਦੇ ਵਿੱਚ ਹੁਣ ਪਹਿਲਾ ਨਾਮ ਆਇਆ ਭਾਈ ਮਰਦਾਨੇ ਜੀ ਦਾ, ਕਿ ਘਰ ਕੋ ਡੂਮ ਨਾਲ ਮਰਦਾਨਾ, ਕਿ ਘਰ ਦਾ ਜੋ ਡੂਮ ਸੀ ਉਹ ਭਾਈ ਮਰਦਾਨਾ ਜੀ ਵੀ ਨਾਲ ਹਨ। ਜਿਸਕੇ ਜਾਗੇ ਭਾਗ ਮਹਾਨਾ, ਮਾਨੋ ਅੱਜ ਭਾਈ ਮਰਦਾਨੇ ਜੀ ਦੇ ਭਾਗ ਜਾਗਣੇ ਹਨ, ਉਹਨਾਂ ਦੇ ਭਾਗ ਜਾਗਣੇ ਹਨ। ਹਾਂਜੀ, ਉਰ ਸੁਲਤਾਨ ਵਿਖੇ ਚਲ ਆਏ, ਭਾਈ ਮਰਦਾਨਾ ਜੀ ਨਾਲ ਸਾਰਾ ਪਰਿਵਾਰ ਸੁਲਤਾਨਪੁਰ ਪਹੁੰਚ ਗਏ। ਨਰ ਨਾਰੀ ਸਭ ਦੇ ਵਧਾਏ, ਸਾਰੇ ਨਰ ਨਾਰੀ ਜਿਹੜੇ ਨੇ, ਯਾਨੀ ਕਿ ਭਾਈ ਜੈ ਰਾਮ ਜੀ ਦੇ ਪਰਿਵਾਰ ਵਾਲੇ, ਸੁਲਤਾਨਪੁਰ ਲੋਧੀ ਦਾ ਜਿਹੜਾ ਕੋੜਮਾ ਸੀ ਸਾਰਾ, ਉਹ ਨਰ ਨਾਰੀ ਇਕੱਠੇ ਉੱਥੇ ਬੈਠੇ ਸਨ ਪਰਿਵਾਰ 'ਚ। ਇੱਧਰੋਂ ਮਹਿਤਾ ਕਾਲੂ ਜੀ ਦਾ ਪਰਿਵਾਰ ਵੀ, ਸਾਰਾ ਪਰਿਵਾਰ ਇਕੱਠਾ ਹੋ ਕੇ ਆਪਸ ਵਿੱਚ ਮਿਲੇ, ਸਾਰੇ ਰਿਸ਼ਤੇਦਾਰ, ਫਤਿਹ ਦੀ ਸਾਂਝ ਹੋਈ, ਸਾਰਿਆਂ ਨੇ ਖੁਸ਼ੀ ਮਨਾਈ। ਹਾਂਜੀ, ਉਤਰ ਸਖਤ ਵਰਤੇ ਤਹ ਸਭ ਹੀ, ਸਾਰੇ ਇੱਕ ਦੂਏ ਨੂੰ ਵਧਾਈ ਦਿੰਦੇ ਨੇ, ਜੱਫੀਆਂ ਪਾਉਂਦੇ ਨੇ ਤੇ ਬੜੇ ਪ੍ਰੇਮ ਦੇ ਨਾਲ ਮਿਲਦੇ ਹਨ। ਤਾਮ ਜਰਾਮ ਪਰਵੇਸ਼ੇ ਤਬ ਹੀ, ਸਾਰੇ ਭਾਈ ਜੈ ਰਾਮ ਜੀ ਦੇ ਘਰ ਇਕੱਠੇ ਹੋ ਜਾਂਦੇ ਹਨ। ਮਿਲੀ ਨਾਨਕੀ ਨੇ
ਹੋ ਕਨੇਰਾ। ਹੁਣ ਬੇਬੇ ਨਾਨਕੀ ਜੀ ਵੀ ਆਪਣੇ ਪੇਕੇ ਪਰਿਵਾਰ ਨੂੰ, ਸਾਰੇ ਸਾਕ ਸੰਬੰਧੀਆਂ ਨੂੰ, ਨਾਨੇ ਨਾਨੀ ਨੂੰ, ਮਾਮੇ ਨੂੰ, ਚਾਚਾ ਜੀ ਨੂੰ, ਮਾਤਾ ਨੂੰ, ਪਿਤਾ ਨੂੰ, ਹੋਰ ਜਿਹੜੇ ਨਨਕਾਣਾ ਸਾਹਿਬ ਤੋਂ ਆਏ ਸਨ, ਸਾਰਿਆਂ ਨੂੰ ਮਿਲ ਕੇ ਪੇਕੇ ਪਰਿਵਾਰ 'ਚ ਬੜੇ ਖੁਸ਼ ਹੋਈ ਬੇਬੇ ਨਾਨਕੀ ਜੀ, ਸਾਰਿਆਂ ਨੂੰ ਮਿਲੀ। ਹਾਂਜੀ। ਮਾਤਾ ਅੰਕਲੇ ਸਿਰ ਕਰ ਫੇਰਾ। ਤੇ ਮਾਤਾ ਤ੍ਰਿਪਤਾ ਜੀ ਨੇ ਬੇਬੇ ਨਾਨਕੀ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਸਿਰ ਦੇ ਉੱਪਰ ਹੱਥ ਫੇਰਿਆ। ਕਾਲੂ ਕੀ ਪਤੀ ਬ੍ਰਤਾ ਕੁਮਾਰੀ। ਤਾਂ ਇਸ ਪ੍ਰਕਾਰ ਮਹਿਤਾ ਕਾਲੂ ਜੀ ਦੀ ਜਿਹੜੀ ਲੜਕੀ ਹੈ ਨਾ ਬੇਬੇ ਨਾਨਕੀ ਜੀ, ਉਹ ਬੜੀ ਸੁੰਦਰ ਔਰ ਸੁਸ਼ੀਲ ਔਰ ਚੰਗੇ ਸੁਭਾਅ ਦੀ ਮਾਲਕਣ ਹੈ। ਰੂਪਸ਼ੀਲ ਗੁਣ ਪੂਰਨ ਚਾਰੀ। ਚੰਗਾ ਰੂਪ ਹੈ, ਚੰਗੇ ਗੁਣ ਹਨ। ਭਗਤ ਨਹੀਂ ਸੀ ਬੇਬੇ ਨਾਨਕੀ ਦਾ ਵਿਚਾਰੀ, ਬਹੁਤ ਦਿਆਲੂ ਕਿਰਪਾਲੂ ਸੁਭਾਅ, ਸ਼ਰਧਾ ਬੰਦਗੀ ਦੀ ਰੂਹ ਬੇਬੇ ਨਾਨਕੀ। ਇਸ ਪ੍ਰਕਾਰ ਮਿਲ ਸਭੇ ਹਨਸੋ ਆਨੰਦ ਦੀਨਾ। ਸਾਰਿਆਂ ਨੂੰ ਮਿਲ ਕੇ ਬੜੀ ਖੁਸ਼ ਹੋਈ। ਹਾਂਜੀ। ਜਥਾ ਉਚਿਤ ਤੇ ਆਦਰ ਕੀਨਾ। ਸਾਰੇ ਸਾਕ ਸੰਬੰਧੀਆਂ ਨੇ ਜਿਸ ਤਰ੍ਹਾਂ ਜਥਾ ਸਖਤ ਅਨੁਸਾਰ ਸਾਰਿਆਂ ਦਾ ਚਾਹ ਪਾਣੀ ਛਕਿਆ, ਸਾਰੇ ਬੈਠ ਕੇ ਮੰਜਿਆਂ ਤੇ ਬੜੀ ਖੁਸ਼ੀ ਖੁਸ਼ੀ ਲੱਗ ਪਏ ਗੱਲਾਂ ਕਰਨ। ਆਏ ਵਹਿਰ ਤੇ ਤਬੈ ਜਰਾਮਾ। ਤਾਂ ਜੈ ਰਾਮ ਜੀ ਵੀ ਪਹੁੰਚ ਗਏ। ਜੈ ਰਾਮ ਜੀ ਵਿਚਾਰਾ ਤਿਆਰੀਆਂ ਕਰਦਾ ਸੀ, ਬਾਹਰ ਸੀ, ਤੇ ਜੈ ਰਾਮ ਜੀ ਵੀ ਆਪਣੇ ਘਰ ਪਹੁੰਚ ਜਾਂਦੇ ਹਨ। ਸਭੇ ਹਨਸੋ ਮਿਲ ਕੀਨ ਪ੍ਰਣਾਮਾ। ਸਾਰਿਆਂ ਨੂੰ, ਆਪਣੇ ਪਰਿਵਾਰ ਨੂੰ, ਸਹੁਰੇ ਪਰਿਵਾਰ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀਤੀ। ਹਾਂਜੀ। ਸ਼੍ਰੀ ਨਾਨਕ ਸੁਨ ਆਵਨ ਕਾਲੂ। ਤਾਂ ਹੁਣ ਦੇਖੋ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੇ ਆਪਣੀ ਆਪਣੀ ਗੱਲਾਂ 'ਚ ਸਾਰੇ ਮਸਤ ਹੋ ਗਏ। ਹੁਣ ਤੜਫ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਕਿ ਮੇਰੇ ਪਿਆਰੇ ਰਾਏ ਬੁਲਾਰ ਦਾ ਸੁਨੇਹਾ ਲੈਣ ਦੀ। ਕਿਸੇ ਸਾਖ ਸੰਬੰਧੀ ਦੇ ਮਿਲਣ ਦੇ ਮੋਹ ਕਰਕੇ ਨਹੀਂ ਆਏ ਕਿ ਸਾਡੇ ਸੇਵਕ ਰਾਏ ਬੁਲਾਰ ਜੀ ਨੇ ਜਿਹੜਾ ਸੁਨੇਹਾ ਭੇਜਿਆ ਉਹ ਕਦ ਅਸੀਂ ਲੈ ਲਈਏ। ਦੇਖੋ ਪ੍ਰੇਮ ਮਹਾਰਾਜ ਜੀ ਦੇ ਅੰਦਰ। ਜਦੋਂ ਪਤਾ ਲੱਗਿਆ ਕਿ ਸਾਰਾ ਪਰਿਵਾਰ ਆਇਆ ਹੈ, ਤਾਂ ਆ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੋਦੀ ਖਾਨੇ ਦੀ ਕਾਰ ਛੱਡ ਕੇ ਭਾਈ ਜੈ ਰਾਮ ਜੀ ਦੇ ਘਰ ਪਹੁੰਚ ਗਏ। ਉਠ ਕਰ ਗਮਨੇ ਸਦਨ ਉਤਾਲੂ। ਤਾਂ ਜੈ ਰਾਮ ਜੀ ਦੇ ਘਰ ਬੜੇ ਛੇਤੀ ਛੇਤੀ ਤੁਰੇ ਹਨ। ਤਾਰਿਓ ਪਦ ਪੰਕਜ ਪਰ ਸੀਸਾ। ਤਾਂ ਮਹਿਤਾ ਕਾਲੂ ਜੀ ਨੇ ਜਾ ਕੇ ਨਮਸਕਾਰ ਕੀਤੀ, ਸਾਰਿਆਂ ਨੂੰ ਫਤਿਹ ਬੁਲਾਈ। ਦੀਨੀ ਕਾਲੂ ਅਧਿਕ ਸੀਸਾ। ਮਹਿਤਾ ਕਾਲੂ ਜੀ ਨੇ ਜਦੋਂ ਪੈਰੀ ਹੱਥ ਲਾਏ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਸੀਸ ਦਿੱਤੀ। ਹਾਂਜੀ। ਸੁੰਕਤ ਮਸਤਕ ਪਰ ਕੋਰੀ। ਇਸ ਪ੍ਰਕਾਰ ਗਲਵੱਕੜੀ ਦੇ ਵਿੱਚ ਲਿਆ, ਮਹਾਰਾਜ ਜੀ ਦਾ ਮੱਥਾ ਚੁੰਮਿਆ, ਇਸ ਤਰ੍ਹਾਂ ਸਿਰ ਤੇ ਹੱਥ ਫੇਰਿਆ ਪਿਆਰ ਦੇ ਨਾਲ। ਵੇਖ ਹੈ ਮੁਖ ਕੋ ਸਪ ਸੁਖ ਠੋਰੀ। ਸਾਰੇ ਬਾਰ-ਬਾਰ ਮਹਾਰਾਜ ਜੀ ਦੇ ਚਿਹਰੇ ਦੇ ਵੱਲ ਦੇਖੀ ਜਾਂਦਾ ਤੇ ਖੁਸ਼ੀ ਹੁੰਦੇ ਹਨ ਮਹਿਤਾ ਕਾਲੂ ਜੀ। ਪਰਮ ਪ੍ਰੇ ਪੁਲ ਕਾਵਲ ਅੰਗਾ। ਇਸ ਪ੍ਰਕਾਰ ਮਾਨੋ ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਨੂੰ ਦੇਖ ਕੇ ਰੋਮ ਰੋਮ ਖਿੜ ਗਿਆ ਹੋਵੇ। ਕਰਤ ਪਿਆਰੋ ਰਸੰਗ ਉਮੰਗਾ। ਬਹੁਤ ਪਿਆਰ ਕਰਦੇ ਨੇ, ਬਹੁਤ ਬਾਰ-ਬਾਰ ਪਿਆਰ ਕਰ ਰਹੇ ਹਨ। ਗਤ ਦਾਨੀ ਬੂਝਤ ਪਏ। ਤਾਂ ਹੁਣ ਸਾਰੇ ਤਾਂ ਮਿਲੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਕਿਸੇ ਨਾਲ ਨਹੀਂ ਗੱਲਬਾਤ ਕਰੀ। ਮਹਾਰਾਜ ਦਾ ਦੇਖੋ ਸਾਖੀ ਦੇ ਵਿੱਚ ਆਇਆ ਵੀ ਕਿਸੇ ਦੀ ਸੁਖ ਸ਼ਾਂਤੀ ਪੁੱਛੀ ਹੋਵੇ ਮਹਾਰਾਜ ਜੀ ਨੇ, ਨਹੀਂ, ਜ਼ਰੂਰ ਫਤਿਹ ਬੁਲਾਤੀ ਮਹਾਰਾਜ ਜੀ ਨੇ, ਪਰ ਨਹੀਂ ਗੱਲ ਕੀਤੀ। ਹੁਣ ਮੁਕਤੀ ਦੇ ਦਾਤੇ ਭਾਈ ਬਾਲਾ ਜੀ ਕਹਿੰਦੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਦੇ ਨੇ ਕਿਹਦੇ ਪ੍ਰਤੀ? ਰਾਏ ਬੁਲਾਰ ਜੀ ਦੇ ਪ੍ਰਤੀ। ਹੁਣ ਆਪਣੇ ਮੁਖਾਰ ਬਿੰਦ ਤੋਂ ਮੁਕਤੀ ਦੇ ਦਾਤੇ ਇਸ ਤਰ੍ਹਾਂ ਬੋਲੇ ਪਨਹੁ ਜਨ ਕ ਸਮਝਾਏ ਕਿ ਹੇ ਪਿਤਾ ਜੀ, ਰਾਏ ਬੁਲਾਰ ਜੀ ਦਾ ਕੀ ਹਾਲ ਹੈ? ਤਾਂ ਇਸ ਤਰ੍ਹਾਂ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਹਾਂਜੀ, ਤਾਨਾ ਨਾਮਨ ਅੰਧ ਹੈ, ਤਾਂ ਕਹਿਣ ਲੱਗੇ ਤੰਦਰੁਸਤ ਹਨ, ਸਿਹਤ ਠੀਕ ਹੈ ਰਾਏ ਬੁਲਾਰ ਜੀ ਦੀ। ਇਸ ਤਰ੍ਹਾਂ ਕਿਹਾ, ਤਲਵੰਡੀ ਮੇਰਾਏ, ਜੋ ਨਨਕਾਣੇ ਦੇ ਵਿੱਚ ਤਲਮੰਡੀ ਦੇ ਵਿੱਚ ਰਾਏ ਬੁਲਾਰ ਜੀ ਹਨ, ਉਹਨਾਂ ਦੀ ਸਿਹਤ ਠੀਕ ਹੈ। ਇਸ ਤਰ੍ਹਾਂ ਕਹਿਣ ਲੱਗੇ। ਕਾਲੂ ਕਹਿਤ ਭਇਓ ਸੁਨਤਾਤਾ। ਹੁਣ ਮਹਿਤਾ ਕਾਲੂ ਜੀ ਨੂੰ ਯਾਦ ਆਇਆ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਯਾਦ ਕਰਾਇਆ ਨਾ। ਮਹਿਤਾ ਕਾਲੂ ਜੀ ਤਾਂ ਸਾਕ ਸੰਬੰਧੀਆਂ ਦੀ ਖੁਸ਼ੀ ਦੇ ਵਿੱਚ, ਗੱਲਾਂ ਬਾਤਾਂ ਦੇ ਵਿੱਚ ਸਾਰਾ ਮਸਤ ਹੋ ਗਏ। ਉਹ ਭੁੱਲ ਗਏ ਸੀ ਜਿਹੜਾ ਰਾਏ ਬੁਲਾਰ ਜੀ ਨੇ ਸੁਨੇਹਾ ਭੇਜਿਆ ਸੀ। ਤਾਂ ਫਿਰ ਮਹਿਤਾ ਕਾਲੂ ਜੀ ਨੂੰ ਜਦੋਂ ਪੁੱਤਰ ਨੇ ਇਸ ਤਰ੍ਹਾਂ ਕਿਹਾ ਨਾਨਕ ਜੀ ਨੇ, ਫਿਰ ਕਹਿਣ ਲੱਗੇ, ਵਿਸਰ ਗਈ ਥੀ ਉਰਤੇ ਬਾਤਾ। ਓਹੋ, ਮਹਿਤਾ ਕਾਲੂ ਜੀ ਲੱਗੇ ਕਹਿਣ ਮੈਨੂੰ ਤਾਂ ਭੁੱਲ ਗਿਆ ਸੀ ਚੇਤਾ,
ਰਾਏ ਬੁਲਾਰ ਜੀ ਨੇ ਤੁਹਾਡੇ ਵਾਸਤੇ ਸੁਨੇਹਾ ਭੇਜਿਆ। ਮੈਨੂੰ ਚੇਤਾ ਹੀ ਭੁੱਲ ਗਿਆ ਸੀ, ਚੰਗਾ ਹੋਇਆ ਤੁਸੀਂ ਯਾਦ ਕਰਾ ਦਿੱਤਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਾਂ ਆਪਣੇ ਪਿਆਰੇ ਦਾ ਸੁਨੇਹਾ ਸੁਣਨ ਵਾਸਤੇ ਤਾਂ ਕਾਹਲੇ ਤਾਂ ਪਏ ਸੀ। ਮਹਾਰਾਜ ਤਾਂ ਮੋਦੀਖਾਨਾ ਛੱਡ ਕੇ ਆਏ ਨੇ ਰਾਏ ਬੁਲਾਰ ਜੀ ਦਾ ਸੁਨੇਹਾ ਲੈਣ ਵਾਸਤੇ। ਹਾਂਜੀ, ਤੁਮ ਕਰਵਾਏ ਦਇਓ ਮੋਹ ਯਾਦਾ। ਚੰਗਾ ਹੋਇਆ, ਮੈਂ ਤਾਂ ਕਾਲੂ ਜੀ ਲੱਗੇ ਕਹਿਣ ਤੁਸੀਂ ਸਾਨੂੰ ਯਾਦ ਕਰਵਾ ਦਿੱਤਾ। ਸਭ ਹੈ ਕੁਸ਼ਲ ਤੇ ਪ੍ਰਭੂ ਪ੍ਰਸਾਦੂ। ਕਹਿਣ ਲੱਗੇ ਸਾਰੇ ਖੁਸ਼ ਨੇ, ਖੁਸ਼ ਮੰਗਲ ਨੇ, ਸਾਰੇ ਚੰਗੇ ਨੇ, ਸਿਹਤ ਵੀ ਚੰਗੀ ਹੈ, ਖੁਸ਼ ਹਨ ਰਾਏ ਬੁਲਾਰ ਜੀ। ਪਰਮ ਪ੍ਰੇਮ ਸੋ ਤਹਿਮਤ ਪੂਰੀ। ਕਹਿਣ ਲੱਗੇ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਨੇ, ਇਸ ਤਰ੍ਹਾਂ ਲੱਗੇ ਕਹਿਣ। ਕਰੀ ਬੰਦਗੀ ਤੁਮ ਸੋ ਪੂਰੀ। ਕਹਿਣ ਲੱਗੇ ਤੇਰੇ ਨਾਲ ਪ੍ਰੇਮ ਕਰਦੇ ਨੇ। ਮੈਨੂੰ ਇਹੋ ਸੁਨੇਹਾ ਭੇਜਿਆ ਸੀ ਵੀ ਮੇਰੇ ਵੱਲੋਂ ਮੈਂ ਤਾਂ ਕਾਲੂ ਜੀ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਦੇ ਚਰਨ ਕਮਲਾਂ ਤੇ ਮੇਰੀ ਵੰਦਨਾ ਕਰਨਾ, ਵੰਦਨਾ ਕਰਨਾ, ਮੇਰੀ ਨਮਸਕਾਰ ਕਰਨਾ। ਹਾਂਜੀ, ਕਹਿਓ ਪ੍ਰੀਤ ਸੋ ਤਬ ਪਦ ਪਰਸਨ। ਤੇ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਵੀ ਮੈਂ ਹਰ ਵੇਲੇ हे ਨਾਨਕ ਜੀ ਤੁਹਾਨੂੰ ਯਾਦ ਕਰਦਾ ਰਹਿਣਾ ਹਾਂ, ਮੇਰੇ ਹਿਰਦੇ ਵਿੱਚ ਤੁਹਾਡੀ ਦਰਸ਼ਨਾਂ ਦੀ ਬੜੀ ਭੁੱਖ ਹੈ ਕਿ ਮੈਨੂੰ ਤੁਹਾਡੇ ਕਦੋਂ ਹੁਣ ਮੁੜ ਕੇ ਦਰਸ਼ਨ ਹੋਣਗੇ। ਇਸ ਤਰ੍ਹਾਂ ਭਾਈ ਮਹਿਤਾ ਕਾਲੂ ਜੀ ਲੱਗੇ ਕਹਿਣ, ਨਾਨਕ ਜੀ ਤੇਰੇ ਪ੍ਰਤੀ ਸੁਨੇਹਾ ਭੇਜਿਆ ਰਾਏ ਬੁਲਾਰ ਜੀ ਨੇ। ਹਾਂਜੀ, ਜਿਸ ਕੋ ਲਾਲਸ ਨਿਸ ਦਿਨ ਦਰਸ਼ਨ। ਉਹਨੂੰ ਤਾਂ ਕਹਿਣ ਲੱਗੇ ਰਾਏ ਬੁਲਾਰ ਜੀ ਨੂੰ ਤਾਂ ਪਤਾ ਨਹੀਂ ਤੁਹਾਡੇ ਵਿੱਚ ਕੀ ਦਿੰਦਾ ਹੈ। ਕਹਿਣ ਲੱਗੇ ਹਰ ਵੇਲੇ ਤੁਹਾਡੇ ਗੁਣ ਗਾਈ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਤਾਂ ਹਰ ਵੇਲੇ ਤੁਹਾਡੇ ਦਰਸ਼ਨਾਂ ਦੀ ਤਲਬ ਲੱਗੀ ਰਹਿੰਦੀ ਹੈ। ਸੁਨ ਸੰਦੇਸ਼ ਪ੍ਰੈ ਉਠੇ ਬਹੋਰੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਿਸਮਾਤ ਦੇ ਘਰ ਵਿੱਚ ਚਲੇ ਜਾਂਦੇ ਨੇ ਆਪਣੇ ਪ੍ਰੀਤਮ ਦਾ ਸੁਨੇਹਾ ਸੁਣ ਕੇ। ਦੇਖੋ ਮਹਾਰਾਜ ਜੀ ਬੜੇ ਖੁਸ਼ ਹੁੰਦੇ ਹਨ। ਹਾਂਜੀ, ਗਏ ਮਾਤ ਟਿਕ ਦਵੈ ਕਰ ਜੋਰੀ। ਫੇਰ ਮਹਾਰਾਜ ਜੀ ਸਾਰੇ ਮਾਤਾ ਜੀ ਤੇ ਹੋਰ ਸਾਰਿਆਂ ਨੂੰ ਮਿਲੇ, ਪਹਿਲਾਂ ਰਾਏ ਬੁਲਾਰ ਜੀ ਦਾ ਸੁਨੇਹਾ ਲਿਆ। ਇਸ ਪ੍ਰਕਾਰ ਜਾਨੀ ਇੱਥੇ ਹੀ ਕਥਾ ਦੀ ਹੁਣ ਸਮਾਪਤੀ ਹੁੰਦੀ ਹੈ। ਕੱਲ ਨੂੰ ਕਥਾ ਦੇ ਵਿੱਚ ਸਾਰਾ ਪਰਿਵਾਰ ਮਿਲ ਕੇ ਯਾਨੀ ਕਿ ਪੱਖੋ ਕੇ ਰੰਧਾਵੇ ਜਾਣਗੇ। ਜੈ ਰਾਮ ਜੀ ਦੇ ਪਿਤਾ ਦਾ ਨਾਮ ਸੀ ਪਰਮਾਨੰਦ, ਉਹ ਵੀ ਨਾਲ ਜਾਣਗੇ। ਸੋ ਬੜੀ ਖੁਸ਼ੀ ਮਨਾਈ ਜਾਵੇਗੀ। ਨਾਨਾ ਜੀ ਨੇ ਬੜੀ ਖੁਸ਼ੀ ਮਨਾਉਣੀ ਹੈ। ਕਈ ਤਾਂ ਰੁਪਈਏ ਵਾਰਨਗੇ ਉੱਪਰ ਦੀ। ਨਾਨਾ ਜੀ ਕਹਿੰਦੇ 20 ਰੁਪਏ ਮੈਂ ਵਾਰਨੇ ਨੇ, ਗਲਵੱਕੜੀ 'ਚ ਨਹੀਂ ਛੱਡਦੇ। ਤੇ ਨਾਨੀ ਕਹਿਣ ਲੱਗੀ ਹੁਣ ਛੱਡ ਵੀ ਦਿਓ। ਕਹਿਣ ਲੱਗੇ ਉਦੋਂ ਤੱਕ ਨਹੀਂ ਛੱਡਦਾ ਜਦੋਂ ਤੱਕ 20 ਰੁਪਏ ਵਾਰ ਕੇ ਕੋਈ ਮੰਗਤਾ ਨਹੀਂ ਆਉਂਦਾ। ਕਹਿੰਦੇ ਮੰਗਤਾ ਕਿਉਂ ਨਹੀਂ ਅਜੇ ਤੱਕ ਆਇਆ? ਭੈਣ ਬੇਬੇ ਨਾਨਕੀ ਕਹਿਣ ਲੱਗੀ ਸੁਲਤਾਨਪੁਰ ਲੋਧੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਮੰਗਤਾ ਛੱਡਿਆ ਹੀ ਕੋਈ ਨਹੀਂ, ਮੰਗਤਾ ਛੱਡਿਆ ਹੀ ਕੋਈ ਨਹੀਂ। ਸਭ ਦੀਆਂ ਝੋਲੀਆਂ ਭਰ ਦਿੱਤੀਆਂ ਨੇ, ਸਾਰੇ ਅਮੀਰ ਬਣਾ ਦਿੱਤੇ ਨੇ। ਸੋ ਇਸ ਪ੍ਰਕਾਰ ਇਹ ਸਾਖੀ ਕੱਲ੍ਹ ਨੂੰ ਆਵੇਗੀ। ਇੱਥੇ ਹੁਣ ਕਥਾ ਦੀ ਸਮਾਪਤੀ ਹੈ। ਪੜ੍ਹਦਿਆਂ ਪਾਸੋਂ, ਸੁਣਦਿਆਂ ਸੁਣਾਉਂਦਿਆਂ ਪਾਸੋਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ, ਕਿਉਂ ਨਾਲ ਪੜ੍ਹਨ ਵਾਲੇ ਬੱਚੇ ਹੁੰਦੇ ਨੇ ਤੇ ਦਾਸ ਵੀ ਕੋਈ ਵਿਦਵਾਨ ਨਹੀਂ ਹੈ। ਬਸ ਖਾਲੀ ਸਾਖੀ ਪੜ੍ਹ ਲਈਦੀ ਹੈ, ਪੜ੍ਹ ਕੇ ਅੱਗੇ ਸੰਗਤ ਸੁਣ ਲੈਂਦੀ ਹੈ। ਜਿੱਥੇ ਨਹੀਂ ਸਮਝ ਆਉਂਦਾ ਨਾਲ ਪੋਥੀ ਤੇ ਅਰਥ ਹੁੰਦਾ ਦੇਖ ਲਈਦਾ। ਸੋ ਇਸ ਤਰ੍ਹਾਂ ਕਰਕੇ ਗੁਣ ਗਾਈਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਸਾਖੀ ਪੜ੍ਹਦਿਆਂ, ਸੁਣਦਿਆਂ, ਸੁਣਾਉਂਦਿਆਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ। ਹੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਆਪ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।